ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਦੀਪ। ਤੁਸੀਂ ਦੇਖ ਰਹੇ ਹੋ ਕਾਂਸ਼ੀ ਟੀਵੀ। ਤੇ ਅੱਜ ਸਾਡੀ ਜਿਹੜੀ ਚਰਚਾ ਹੈਗੀ ਆ ਉਹ ਦੇਸ਼ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਦੇ ਦੌਰਾਨ ਜਿਹੜੀ ਕਿ ਸਾਡੇ ਦੇਸ਼ ਦੇ ਵਿੱਚ ਇੱਕ ਨਵੀਂ ਪਾਰਲੀਮੈਂਟ ਬਿਲਡਿੰਗ ਬਣਨ ਜਾ ਰਹੀ ਆ ਤੇ ਇਸ ਵਿਸ਼ੇ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ ਜੋ ਕਿ ਰਾਜਨੀਤਿਕ ਵਿਸ਼ਲੇਸ਼ਕ ਨੇ। ਪ੍ਰੋਫੈਸਰ ਸਾਹਿਬ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਪ੍ਰੋਫੈਸਰ ਸਾਹਿਬ, ਜਿਹੜੀ ਇਹ ਬਿਲਡਿੰਗ ਬਣਨ ਜਾ ਰਹੀ ਆ ਤੇ ਪਿਛਲੇ ਦਿਨਾਂ 'ਚੋਂ ਕਾਫੀ ਚਰਚਾ 'ਚ ਆ ਰਹੀ ਆ, ਇਸ ਬਿਲਡਿੰਗ ਦੇ ਪਿੱਛੇ ਜਿਹੜੀ ਇਹ ਮੌਜੂਦਾ ਜਿਹੜੀ ਸਰਕਾਰ ਹੈਗੀ ਉਹਦਾ ਕੀ ਮਕਸਦ ਆ ਤੇ ਉਹ ਕਿਉਂ ਇਦਾਂ ਦੀ ਬਿਲਡਿੰਗ ਬਣਾ? ਪਹਿਲਾਂ ਤੇ ਗੁਰਦੀਪ ਜੀ ਇਹ ਜਿੱਦ ਕਰਕੇ ਬੀਜੇਪੀ ਨੇ ਤੇ ਪ੍ਰਧਾਨ ਮੰਤਰੀ ਨੇ ਬਿਲਡਿੰਗ ਬਣਵਾਈ, ਉਹਦੀ ਲੋੜ ਕੋਈ ਨਹੀਂ ਸੀ। ਪਾਰਲੀਮੈਂਟ 'ਚ ਕਿਹੜਾ ਕੋਈ ਕੰਮ ਹੁੰਦਾ? ਬੜੀ ਸੋਹਣੀ ਪਾਰਲੀਮੈਂਟ ਬਣਾਈ ਆ, ਇਸੇ ਕਰਕੇ ਉਹਨੂੰ ਬਦਲਿਆ ਕਿਉਂਕਿ ਇਹ ਬ੍ਰਿਟਿਸ਼ ਲੈਗੇਸੀ ਹੈ, ਫੋਰਨਰਸ ਹੈਗੇ ਆ। ਅਸੀਂ ਉਸ ਨੂੰ ਹੁਣ ਉਹ ਬਣਾਈ ਤੇ ਇੰਡੀਅਨ ਨੇ ਆ, ਕਿਤੇ ਉਹਨਾਂ ਨੇ ਆ ਕੇ ਥੋੜੀ ਬਣਾਈ ਆ। ਵਰਕਰ ਤੇ ਸਾਡੇ ਇੰਡੀਅਨ ਹੀ ਸੀਗੇ, ਸਾਨੂੰ ਉਹਨਾਂ ਦਾ ਸਾਡੇ ਠੇਕੇਦਾਰ ਵੀ ਇੰਡੀਅਨ ਹੀ ਸੀਗੇ ਜਿਨ੍ਹਾਂ ਨੇ ਉਹ ਸਾਰੀ ਬਿਲਡਿੰਗ ਬਣਾਈ ਹੈ। ਬਿਲਕੁਲ ਆਰਕੀਟੈਕਟ ਉਹਨਾਂ ਦਾ, ਡਿਜ਼ਾਈਨ ਉਹਨਾਂ ਦਾ ਹੋ ਸਕਦਾ। ਸਾਡੇ ਕੋਲ ਹੋਰ ਬਹੁਤ ਬਿਲਡਿੰਗਾਂ, ਸਾਡੇ ਕੋਲ ਮੁਗਲ ਬਿਲਡਿੰਗਾਂ ਬਹੁਤ ਆ। ਐਡਾ ਵੀ ਪੁਰਾਣੇ ਕਿਤੇ ਐਡੀ ਕਿਸੇ ਦੇ ਨਾਲ ਈਰਸ਼ਾ ਜਾਂ ਉਹ ਕਰਨ ਦੀ ਕੀ ਲੋੜ ਸੀ? ਜਿੱਦ ਕਰਕੇ ਨਹੀਂ ਜੀ ਨਵੀਂ ਬਣਾਉਣੀ ਆ, ਨਹੀਂ ਜੀ ਨਵੀਂ ਬਣਾਉਣੀ ਆ। ਉਦੋਂ ਰੌਲਾ ਪਾਇਆ। ਪਤਾ ਕਿੰਨਾ ਖਰਚਾ? ਤਕਰੀਬਨ 8,500 ਕਰੋੜ ਦੀ ਬਿਲਡਿੰਗ ਨਵੀਂ ਪਾਰਲੀਮੈਂਟ ਬਣਾਈ ਹੈ। ਪਹਿਲੀ ਤਾਂ ਪਤਾ ਨਹੀਂ ਕੀ ਕਰਨਗੇ ਹੁਣ, ਉੱਥੇ ਕਬੂਤਰ ਬੈਠਣਗੇ। ਸਰ ਇਹ ਇੱਕ ਗੱਲ ਕਹਿੰਦੇ ਨੇ ਪ੍ਰੋਫੈਸਰ ਸਾਹਿਬ, ਇਹ ਕਹਿੰਦੇ ਨੇ ਕਿ ਉੱਥੇ ਜਿਹੜੀ ਕੈਪੈਸਿਟੀ ਸੀ, ਜਿਹੜੇ ਸੰਸਦ ਬੈਠਣ ਦੀ ਕੈਪੈਸਿਟੀ ਸੀ ਉਹ ਬੜੀ ਘੱਟ ਸੀ। ਕੀ ਇਹ ਕਾਰਨ ਆ ਜਾਂ ਫਿਰ ਉਹੀ ਕਾਰਨ ਆ ਕਿ ਜਿਵੇਂ ਇਹਨਾਂ ਨੇ ਕਈ ਪੁਰਾਣੇ ਸ਼ਹਿਰਾਂ ਦਾ ਨਾਮ ਚੇਂਜ ਕਰ ਦਿੱਤਾ ਜਾਂ ਮੁਗਲਾਂ ਨੇ ਜਿਹੜੀਆਂ ਰਾਸਤੇ ਬਣਾਏ ਸੀ ਉਹਨਾਂ ਦਾ ਨਾਮ ਚੇਂਜ ਕਰ ਦਿੱਤਾ? ਕੀ ਜਿੱਦਾਂ ਉਹੀ ਮਸਲਾ ਹੈਗਾ ਜਾਂ ਫਿਰ ਉਹ ਕੈਪੈਸਿਟੀ ਵਾਲਾ ਮਸਲਾ? ਨਹੀਂ, ਬਿਲਕੁਲ ਇਹ ਤੁਹਾਡਾ ਸਵਾਲ ਬਿਲਕੁਲ ਠੀਕ ਹੈ ਗੁਰਦੀਪ, ਕਿ ਇਹ ਮੈਨੂੰ ਤੇ ਲੱਗਦਾ ਆ ਕਿ ਉਹਨਾਂ ਨੂੰ ਇਹ ਲੱਗਦਾ ਕਿ ਸਾਡੀ ਮੋਹਰ ਲੱਗੇ ਵੀ ਅਸੀਂ ਆਪ ਕੁਝ ਕੀਤਾ, ਇਹ ਸਾਡਾ ਆ, ਇਹ ਸਾਡੇ ਜਾਣੀ ਸਾਡੇ ਦਾ ਮਤਲਬ ਹਿੰਦੂ ਮੈਜੋਰਿਟੀ ਦਾ ਆ। ਉਸ ਕਿਸਮ ਦੀ ਉਹਨਾਂ ਦੀ ਸੋਚ ਬੜੀ ਭਾਰੂ ਹੈਗੀ ਹੈ। ਕਪੈਸਿਟੀ ਤਾਂ ਮੈਨੂੰ ਇਹ ਦੱਸੋ, ਕਦੀ ਤੁਹਾਨੂੰ ਇੰਝ ਲੱਗਾ ਕਿ ਉੱਥੇ ਬੰਦੇ ਖੜੇ ਰਹਿਣ? ਕਦੀ ਕੋਈ ਐਮਪੀ 540 ਦੀ ਜਗ੍ਹਾ ਉੱਥੇ ਹੈ ਨਹੀਂ, ਫਿਰ ਕਰਨਾ ਹੀ ਨਹੀਂ ਕੁਛ ਜਾ ਕੇ। ਜਦ ਆ ਪਿਛਲੇ ਪੂਰੇ ਦਾ ਪੂਰਾ ਸੈਸ਼ਨ ਵਾਸ਼ ਹੋ ਗਿਆ, ਨਹੀਂ ਬੋਲਣ ਦਿੱਤਾ ਰਾਹੁਲ ਗਾਂਧੀ ਨੂੰ। ਰਾਹੁਲ ਗਾਂਧੀ ਕਿੰਨੀ ਵਾਰੀ ਕਿਹਾ ਉਹਨੇ ਕਿ ਬਈ ਮੈਨੂੰ ਜਵਾਬ ਤੇ ਦੇਣ ਦਿਓ, ਮੈਂ ਤੁਹਾਨੂੰ ਦੱਸਦਾ ਕਿ ਕਿੱਥੇ ਕਿੱਥੇ ਕੀ ਕੁਝ ਹੋਇਆ। ਜਿਹੜੀ ਮੈਂ ਤੁਹਾਡੇ ਤੇ ਐਲੀਗੇਸ਼ਨ ਪ੍ਰਧਾਨ ਮੰਤਰੀ ਤੇ ਲਾਇਆ, ਮੈਨੂੰ ਉਹਦਾ ਜਵਾਬ ਦੇਣ ਦਿਓ। ਉਹ ਕਹਿੰਦੇ ਅਸੀਂ ਜਵਾਬ ਨਹੀਂ ਦੇਣਾ। ਸਾਰਾ ਸੈਸ਼ਨ ਵਾਸ਼ ਆਊਟ ਹੋ ਗਿਆ। ਫਿਰ ਕਾਹਦੇ ਲਈ ਏਡੀਆਂ ਵੱਡੀਆਂ ਬਿਲਡਿੰਗਾਂ ਤੁਸੀਂ ਜਿੱਦ ਕਰਕੇ ਬਣਾ ਰਹੇ ਆ? 8,500 ਕਰੋੜ ਰੁਪਈਆ ਤੁਸੀਂ ਲਾਤਾ। ਹੁਣ ਚੱਕਰ ਇਹ ਆ, ਬਣਾ ਦੇ ਲਈ ਹੁਣ ਪ੍ਰਧਾਨ ਮੰਤਰੀ ਦੇ ਸੀਨੇ ਜਿਹੜਾ 56 ਇੰਚ ਦਾ ਨਾ, ਉਸ ਦੇ ਧੱਕੇ ਨਾਲ ਬਣਾਈ ਹੈ ਤੇ ਬਣ ਗਈ। ਤੇ ਉਹ ਇਹ ਕਦੀ ਹੋ ਸਕਦਾ ਗੁਰਦੀਪ ਕਿ ਪ੍ਰਧਾਨ ਮੰਤਰੀ ਇਹ ਨਾ ਸੋਚੇ ਕਿ ਮੈਂ ਉਹਦਾ ਫੀਤਾ ਨਹੀਂ ਕੱਟਣਾ, ਫੀਤਾ ਮੈਂ ਕਿਸੇ ਹੋਰ ਤੋਂ ਕਟਾਉਣਾ? ਬਿਲਕੁਲ ਜੀ, ਇਹ ਮੰਨ ਲਓ ਇਹ ਉਹੀ ਚੀਜ਼ ਕਰ ਰਹੇ ਨੇ ਕਿ ਕੱਲ ਨੂੰ ਇਤਿਹਾਸ ਦੇ ਵਿੱਚ ਕੋਈ ਕਹਾਣੀਆਂ ਦੱਸਣ ਤੇ ਕਹਿਣ ਕਿ ਇਹਨਾਂ ਨੇ ਇਹ ਕੰਮ ਕੀਤਾ ਸੀ। ਜਿਵੇਂ ਜ਼ਿਆਦਾਤਰ ਦੱਸਿਆ ਜਾਂਦਾ ਕਿ ਜਿਹੜਾ ਉਹ ਤਾਜ ਮਹਿਲ ਸ਼ਾਹਜਹਾਂ ਨੇ ਬਣਾਇਆ ਸੀ, ਇਹ ਵੀ ਚਾਹੁੰਦੇ ਨੇ ਕਿ ਸਾਡੇ ਖਾਤੇ ਦੇ ਵਿੱਚ ਹੋਰ ਕੁਛ ਤਾਂ ਨਹੀਂ ਕੀਤਾ ਹੈਗਾ। ਸ਼ਾਇਦ ਆਹ ਜਿਹੜੀਆਂ ਸਬੂਤ ਹੋਣਗੇ ਫਿਜ਼ੀਕਲੀ ਬਿਲਡਿੰਗਾਂ ਦੇ ਸਬੂਤ ਰਹਿਣਗੇ। ਤੇ ਦੂਜੇ ਨਾਲ ਹੀ ਪ੍ਰੋਫੈਸਰ ਸਾਹਿਬ ਇੱਕ ਚੀਜ਼ ਹੋਰ ਆ ਰਹੀ ਆ ਕਿ ਇਸ ਬਿਲਡਿੰਗ ਦਾ ਜਿਹੜਾ ਉਦਘਾਟਨ ਦਾ ਜਿਹੜਾ ਇੱਕ ਇਹਨਾਂ ਨੇ ਵਿਸ਼ੇਸ਼ ਦਿਨ ਰੱਖਿਆ, ਉਹ ਵਿਸ਼ੇਸ਼ ਦਿਨ ਵੀ ਰੱਖਿਆ ਤੇ ਉਸ ਤੋਂ ਇਲਾਵਾ ਜਿਹੜੀ ਆਪਾਂ ਦੇਖਦੇ ਹਾਂ ਕਨਸਟੀਟਿਊਸ਼ਨਲ ਜਿਹੜੇ ਹੈੱਡ ਹੁੰਦੇ ਨੇ ਦੇਸ਼ ਦੇ, ਉਹ ਰਾਸ਼ਟਰਪਤੀ ਹੁੰਦੇ ਨੇ। ਇਹਨਾਂ ਨੇ ਰਾਸ਼ਟਰਪਤੀ ਨੂੰ ਬੁਲਾਇਆ ਨਹੀਂ ਹੈਗਾ ਤੇ ਉਹਦੇ ਪਿੱਛੇ ਇਹਨਾਂ ਦੇ ਕਾਰਨ ਕੀ ਹੋ ਸਕਦੇ ਨੇ? ਦੇਖੋ ਗੁਰਦੀਪ ਜੀ, ਕਾਰਨ ਤੇ ਬੜਾ ਸਾਫ਼ ਆ। ਜਿਹੜੀ ਤੁਸੀਂ ਗੱਲ ਕਹਿ ਰਹੇ ਆ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਨੇ ਹਉਮਾਂ ਦੇ ਪੱਟੇ ਤੇ ਇੰਨੇ ਸ਼ੋਹਰਤ ਦੇ ਭੁੱਖੇ ਆ। ਤੁਹਾਨੂੰ ਪਤਾ 4-4 ਸੂਟ ਦੇਣ 'ਚ ਬਦਲ ਲੈਂਦੇ ਆ, ਲੱਖਾਂ ਰੁਪਈਆ ਦਾ ਇੱਕ ਸੂਟ ਪਾਉਂਦੇ। ਅਰੇ ਬਾਬਾ ਬੁੱਢੇ ਬਾਰੇ ਤੁਸੀਂ ਇੱਕ ਪਾਸੇ ਫਕੀਰੀਅਤ ਦੀ ਗੱਲ ਕਰਦੇ ਆ, ਮੈਂ ਤੇ ਫਕੀਰ ਆ, ਤੇ ਫਕੀਰ ਹੈ ਇੰਨੇ ਸ਼ੋਸ਼ੇਬਾਜ਼ੀ ਕਰਦੇ ਆ, ਇੰਨੇ ਉਹਨਾਂ ਨੂੰ ਕੈਮਰਿਆਂ ਸਾਹਮਣੇ ਆਪਣਾ। ਮੈਂ ਕਿੰਨੀ ਵਾਰੀ ਦੇਖਿਆ ਜਦੋਂ ਕਿਤੇ ਜਾਣ, ਤੁਸੀਂ ਇਹ ਦੇਖੋ, ਇਹ ਕਿਸੇ ਨੂੰ ਸਿਕਿਉਰਿਟੀ ਨੂੰ ਫੋਟੋ 'ਚ ਨਹੀਂ ਨਾਲ ਆਉਣ ਦੇ, ਕਿਸੇ ਬੰਦੇ ਨੂੰ ਵੀ ਨਹੀਂ ਆਉਣ ਦਿੰਦੇ, ਕਿਸੇ ਮਿਨਿਸਟਰ ਆਪਣੇ ਨੂੰ ਨਹੀਂ ਆਉਣ ਦਿੰਦੇ। ਇਕੱਲੇ ਦੀ ਫੋਟੋ ਐ ਚੌੜੇ ਹੋ ਕੇ, ਭਾਵੇਂ ਉਹ ਕਿਤੇ ਪਾਰਕ ਦੀ ਹੋਵੇ, ਭਾਵੇਂ ਕਿਸੇ ਉਦਘਾਟਨ ਦੀ ਹੋਵੇ। ਹੁਣ ਵੀ ਜਿੰਨੀਆਂ ਮੈਂ ਬਹੁਤੀਆਂ ਫੋਟੋਆਂ ਦੇਖਦਾ ਉਹਦੇ 'ਚ ਇਕੱਲੇ ਕਿ ਪ੍ਰਧਾਨ ਮੰਤਰੀ ਇਕੱਲਾ ਦਿਖੇ, ਹੋਰ ਨਹੀਂ ਦਿਖਣਾ ਚਾਹੀਦਾ। ਇਹ ਜਿਹੜੀ ਅੰਦਰ ਭੁੱਖ ਆ ਮਸ਼ਹੂਰੀ ਦੀ ਤੇ ਹੀਰੋ ਵਰਸ਼ਿਪ ਦੀ, ਤੇ ਲੋਕਾਂ ਕੋਲੋਂ ਮੋਦੀ ਮੋਦੀ ਇਹੋ ਜਿਹਾ ਜਿਹੜਾ ਗਾਣੇ ਗਵਾਉਣ ਦੀ, ਉਹ ਇੱਕ ਕੰਨਾਂ ਦਾ ਰਸ ਇਹੋ ਜਿਹਾ ਉਹਨਾਂ ਨੂੰ ਬਣ ਚੁੱਕਾ ਆ ਕਿ ਉਹ ਹੱਦਾਂ ਪਾਰ ਕਰ ਗਿਆ। ਹੱਦਾਂ ਪਾਰ ਇਸ ਕਰਕੇ ਕਿ ਰਾਸ਼ਟਰਪਤੀ ਕੋਈ ਵੀ, ਪਹਿਲੀ ਗੱਲ ਇਹ ਸਧਾਰਨ ਰਾਸ਼ਟਰਪਤੀ ਨਹੀਂ ਜੀ। ਵੈਸੇ ਤੇ ਪਹਿਲਾ ਰਾਸ਼ਟਰਪਤੀ ਵੀ ਕੋਵਿੰਦ ਜਿਹੜੇ ਸੀਗੇ ਉਹ ਦਲਿਤ ਸਮੁਦਾਇ ਚੋਂ ਸੀਗੇ ਜੀ। ਤੇ ਉਹਨਾਂ ਨੇ ਕੀਤਾ ਕਿ ਜਦੋਂ ਰਾਮ ਟੈਂਪਲ ਅਯੁੱਧਿਆ 'ਚ ਬਣਾਇਆ, ਉਂਝ ਉਹ ਹਿੰਦੂ ਹੈਗੇ ਆ ਪਰ ਉੱਥੇ ਨਹੀਂ ਜਾ ਸਕਦੇ।
ਉੱਥੇ ਭੂਮੀ ਪੂਜਣ 'ਚ ਨਹੀਂ ਲੈ ਕੇ ਗਏ ਜੀ। ਆ ਹੁਣ ਜਿਹੜਾ ਇਹਦਾ ਬਿਲਡਿੰਗ ਦਾ ਇਨੈਗੂਰੇਸ਼ਨ ਆ ਉਹਦੇ 'ਚ ਵੀ ਕਹਿੰਦੇ ਆ ਕਿ ਪ੍ਰੈਜ਼ੀਡੈਂਟ ਦਾ ਉੱਥੇ ਕੀ ਕੰਮ ਆ, ਕਿਉਂਕਿ ਉਹ ਆਦੀਵਾਸੀਆਂ ਚੋਂ ਆ, ਕਿਉਂਕਿ ਉਹ ਔਰਤ। ਤੁਸੀਂ ਕਿਵੇਂ ਉਹਨੂੰ ਇਗਨੋਰ ਕਰ ਸਕਦੇ ਆ ਬਈ? ਉਹ ਕਨਸਟੀਟਿਊਸ਼ਨਲ ਹੈੱਡ ਆ, ਸਾਡੀਆਂ ਫੌਜਾਂ ਦੀ ਹੈੱਡ ਆ, ਉਹ ਸਾਰੇ ਕਿਸਮ ਦਾ। ਕੋਈ ਵੀ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦਾ ਕਿਹਦੇ ਨਾਲ ਸ਼ੁਰੂ ਹੁੰਦਾ? ਪ੍ਰੈਜ਼ੀਡੈਂਟ। ਬਿਲਕੁਲ। ਉਹ ਪੁਰਾਣੀ ਸ਼ਾਨੇ ਸ਼ੌਕਤ ਨਾਲ ਘੋੜਿਆਂ ਤੇ ਬੱਗੀ ਤੇ ਬੈਠ ਕੇ, ਉਹ ਸਾਰਾ ਉਹ ਪੁਰਾਣਾ ਬ੍ਰਿਟਿਸ਼ ਸਿਸਟਮ ਵਾਲਾ ਅਜੇ ਤੱਕ ਚੱਲਦਾ। ਇਹ ਸ਼ਾਇਦ ਉਹ ਵੀ ਬਦਲ ਦੇਣਗੇ। ਉਸ ਕਰਕੇ ਜੇ ਕੋਈ ਵੀ ਪਾਰਲੀਮੈਂਟ ਅਸੈਂਬਲੀ ਗਵਰਨਰ ਦੇ ਭਾਸ਼ਣ ਤੋਂ ਬਿਨਾਂ ਨਹੀਂ ਸ਼ੁਰੂ ਹੋ ਸਕਦੀ, ਹੈ ਨਾ। ਇਹ ਪਾਰਲੀਮੈਂਟ ਜਿਹੜੀ ਹੈ ਉਹ ਰਾਸ਼ਟਰਪਤੀ ਦੇ ਭਾਸ਼ਣ ਤੋਂ ਜਾਂ ਜਿਹੜਾ ਉਹਦਾ ਸ਼ੁਰੂਆਤੀ ਹੈ, ਉਹਨਾਂ ਨੇ ਜਿਹੜਾ ਵੈਸੇ ਲਿਖ ਕੇ ਤੇ ਮਿਨਿਸਟਰੀ ਨੇ ਜਾਂ ਸਰਕਾਰ ਵੱਲੋਂ ਜ਼ਿਆਦਾਤਰ ਹੁੰਦਾ, ਪਰ ਨਾਂ ਤੇ ਉਹਦਾ ਰਾਸ਼ਟਰਪਤੀ ਦੇ ਨਾਂ ਤੇ ਜਾਂਦਾ। ਕੀ ਕੀ ਅਚੀਵਮੈਂਟਸ ਆ, ਕੀ ਕੁਝ ਹੋਊਗਾ, ਸਾਰਾ ਉਹਨਾਂ ਦਾ ਇੱਕ ਅਦਬ ਆ, ਇੱਕ ਰੁਤਬਾ ਆ। ਉਸ ਨੂੰ ਤੁਸੀਂ ਫੀਤਾ ਕੱਟਣ ਲਈ ਇਗਨੋਰ ਕਰਕੇ ਇਨਵਾਈਟ ਵੀ ਨਹੀਂ ਕਰਦੇ। ਤੇ ਇਹਦੋਂ ਵੱਧ ਗੋਲਡਨ ਅਪਰਚੁਨਿਟੀ ਵਿਰੋਧੀ ਪਾਰਟੀਆਂ ਲਈ ਨਰਿੰਦਰ ਮੋਦੀ ਤੇ ਉਹਦੀ ਸਰਕਾਰ ਨੂੰ ਕਾਰਨਰ ਕਰਨ ਲਈ ਕੀ ਹੋ ਸਕਦੀ ਹੈ? 19 ਪਾਰਟੀਆਂ ਇਕੱਠੀਆਂ ਹੋ ਗਈਆਂ, ਕਹਿੰਦੇ ਅਸੀਂ ਨਹੀਂ ਆਉਂਦੇ, ਜਾ। ਬਿਲਕੁਲ। ਇਹ ਸਰ ਜਿਹੜਾ ਤੁਸੀਂ ਦੱਸਿਆ ਕਿ ਉਸ ਚੀਜ਼ ਦੇ ਨਾਲ, ਕਿਉਂਕਿ ਇਹ ਬੜੀ ਬਲੰਡਰ ਮਿਸਟੇਕ ਹੋਊਗੀ। ਕਈ ਰਾਜਿਆਂ ਨੇ ਦੇਸ਼ ਦੇ ਵਿੱਚ, ਜੇ ਆਪਾਂ ਦੇਖੀਏ ਇਤਿਹਾਸ ਦੇ ਵਿੱਚ, ਕਈ ਰਾਜਿਆਂ ਨੇ ਇਦਾਂ ਦੀਆਂ ਮਿਸਟੇਕਸ ਕੀਤੀਆਂ ਨੇ। ਛੋਟੀ ਛੋਟੀ ਮਿਸਟੇਕ ਕਰਕੇ ਬਾਅਦ ਚੋਂ ਪਤਾ ਲੱਗਦਾ ਸੀ। ਜਿਵੇਂ ਇੱਕ ਮੈਨੂੰ ਲੱਗਦਾ ਮੁਗਲ ਰਾਜਾ ਸੀ, ਉਹਨੇ ਆਪਣੇ ਹੀ ਸਿੱਕੇ ਚਲਾ ਦਿੱਤੇ ਸੀ, ਆਪਣੇ ਹੀ ਉਹਨੇ ਫੋਟੋਆਂ ਲਗਾ ਕੇ ਚਲਾ ਦਿੱਤਾ ਸੀ। ਕਿ ਇਹ ਉਧਰ ਨੂੰ ਤਾਂ ਨਹੀਂ ਵੱਧ ਰਿਹਾ? ਕਿਉਂਕਿ ਉਹਦੇ ਹਿਸਾਬ ਨਾਲ ਹੁਣ ਅਸੀਂ ਦੇਖਿਆ ਪਿੱਛੇ ਇਲੈਕਸ਼ਨਾਂ ਦੇ ਜਿਹੜੇ ਰਿਜ਼ਲਟ ਆਏ ਨੇ, ਤੇ ਨਾਲ ਹੀ ਦੀ ਨਾਲ ਜਿਹੜੀਆਂ ਸਾਰੀਆਂ 19 ਪਾਰਟੀਆਂ ਨੇ, ਵਿਰੋਧੀ ਧਿਰਾਂ ਨੇ, ਉਹਨਾਂ ਨੇ ਸਾਰਿਆਂ ਨੇ ਇਸ ਜਿਹੜੀ ਇਨੈਗੂਰੇਸ਼ਨ ਇਹਦਾ ਬਾਈਕਾਟ ਕਰ ਦਿੱਤਾ। ਕਿਆ ਤੇ ਹੈ, ਮੈਂ ਕੋਈ ਐਂ ਨਾ ਸਮਝੋ ਕੋਈ ਕਾਂਗਰਸ ਦਾ ਪ੍ਰਾਪੇਗੰਡਾ ਕਰ ਰਿਹਾ, ਪਰ ਰਾਹੁਲ ਅੱਜ ਕੱਲ੍ਹ ਇੰਨਾ ਚੁਸਤ ਹੋ ਗਿਆ। ਜਦੋਂ ਦੀ ਉਹ ਯਾਤਰਾ ਕੀਤੀ 4000 ਕਿਲੋਮੀਟਰ, ਤੇ ਹੁਣ ਤੇ ਟਰੱਕਾਂ ਦੇ ਵੀ ਊਟੇ ਲੈਂਦਾ, ਟਰੱਕ ਯੂਨੀਅਨ ਤੋਂ ਵੀ ਕੋਈ ਨਾ ਕੋਈ। ਮੇਰਾ ਗੱਲ ਮੈਂ ਹੈਰਾਨ ਆ ਕਿ ਉਹ ਬੰਦਾ ਜਿਹੜਾ ਕਿਤੇ ਅਲੀਟ, ਜਿਹਨੂੰ ਕਦੀ ਤੱਤੀ ਵਾਹ ਨਹੀਂ ਸੀ ਲੱਗੀ, ਜਿਵੇਂ ਗੌਤਮ ਬੁੱਧ ਸੀਗਾ, ਉਹ ਤੇ ਰਾਜੇ ਦਾ ਬੇਟਾ ਸੀ, ਬਾਹਰ ਆਇਆ ਤੇ ਮੁੜ ਕੇ ਸਾਧੂ ਬਣ ਗਿਆ। ਮੈਨੂੰ ਤੇ ਰਾਹੁਲ ਦਾ ਕੋਈ ਇਹੋ ਜਿਹਾ ਲੱਗਦਾ ਕਿ ਕੋਈ ਇਹੋ ਜਿਹਾ ਸੋਚ ਬਣਦੀ ਜਾ ਰਹੀ ਹੈ ਕਿ ਮੈਂ ਤੇ ਆਮ ਲੋਕਾਂ ਵਿੱਚ, ਆਮ ਲੋਕਾਂ ਵਾਂਗੂ, ਆਮ ਲੋਕਾਂ ਦੇ ਨਾਲ ਰਹਿਣਾ। ਉਹ ਬਾਰ-ਬਾਰ ਕਹਿ ਰਿਹਾ ਕਿ ਦੇਖੋ, ਇਹ ਹਉਮੈ ਦੀਆਂ ਇੱਟਾਂ ਦੀ ਬਿਲਡਿੰਗ ਨਹੀਂ ਬਣੀ, ਇਹ ਬੰਦ ਕਰੋ। ਤੁਸੀਂ ਕੀ ਹਉਮੈ ਇੰਨੀ ਦਿਖਾ ਰਿਹਾ ਕਿ ਮੇਰੇ ਬਗੈਰ ਪਾਰਲੀਮੈਂਟਰੀ ਜਾ ਕਿਹੜੀ ਗੱਲ ਤਾਂ ਸਟੇਲਮੇਟ ਕੀਤਾ ਹੋਇਆ। ਪ੍ਰਧਾਨ ਮੰਤਰੀ ਐਡਾ ਵੱਡਾ ਦਿਲ ਕਰੇ, ਜੇ ਸੱਚੀ ਮੁੱਚੀ ਦੇਸ਼ ਦਾ ਪ੍ਰਧਾਨ ਮੰਤਰੀ, ਵੀ ਕੋਈ ਵੀ ਆਏ, ਕਿਸੇ ਬੱਚੇ ਤੋਂ ਕਰਾ ਦੇ, ਗੱਲੇ ਹੀ ਛੱਡੋ, ਪ੍ਰੈਜ਼ੀਡੈਂਟ ਦਾ ਵੀ ਛੱਡੋ, ਹੋਰ ਕਿਸੇ ਦਾ ਛੱਡੋ, ਕਿਸੇ ਛੋਟੀ ਬੱਚੀ ਤੋਂ ਕਰਾ ਦਿਓ। ਮੈਨੂੰ ਮਾਣ ਹੈ ਇਸ ਦੇਸ਼ ਦੇ ਬੱਚੇ, ਸਾਡਾ ਭਵਿੱਖ ਇੱਥੇ, ਅਸੀਂ ਤਰਾਸ਼। ਕਿਉਂ ਨਹੀਂ ਇੰਜ ਕੀਤਾ ਜਾਂਦਾ? ਕਿਉਂ ਆਪ ਹੀ ਅੱਗੇ ਮੈਨੂੰ ਰੱਖੋ ਬੱਚਿਆਂ ਨੂੰ? ਇੰਜ ਤੇ ਬੱਚੇ ਕਰਦੇ ਹੁੰਦੇ ਆ। ਮੈਨੂੰ ਤੇ ਕੋਈ ਇਹਦੇ 'ਚ ਵੱਡਾਪਣ ਦਿਖਦਾ ਨਹੀਂ। ਇਹ ਪਾਰਲੀਮੈਂਟ ਦੇ ਨਵੇਂ ਬਿਲਡਿੰਗ ਨੂੰ ਇਨੈਗੂਰੇਟ ਕਰਨਾ, ਉੱਥੇ ਸਾਰੀ ਪੂਰਾ ਉਹਦਾ ਓਪਨਿੰਗ ਕਰਨਾ, ਹੈ ਨਾ, ਫੀਤਾ ਕੱਟ ਕੇ, ਔਰ ਵਿਦਆਊਟ ਜਿਹੜੀਆਂ ਮੇਜਰ 19 ਪਾਰਟੀਆਂ, 14 ਇਹਨਾਂ ਦੀਆਂ ਜਿਹੜੀਆਂ ਨਾਲ ਆ, ਉਹ ਜ਼ਰੂਰ ਕਰ ਜਾਣਗੀਆਂ। ਬਾਕੀ ਦਿਆਂ ਦਾ ਤੇ ਹਾਲ ਮਾੜਾ ਲੱਗਦਾ। ਇੱਕ ਇੰਟਰਪ੍ਰੀਟੇਸ਼ਨ ਇਹਦੀ ਇਹ ਲੱਗਦੀ ਹੈ ਕਿ ਇਹ ਇੱਕ ਔਰਤ, ਔਰ ਉਹ ਵੀ ਇੱਕ ਆਦੀਵਾਸੀ ਸਮੁਦਾਇ ਚੋਂ, ਜਿਵੇਂ ਕੋਵਿੰਦ ਹੁਣਾਂ ਨੂੰ ਪਹਿਲਾਂ ਮੰਦਿਰ ਦੇ ਵਿੱਚ ਜਦੋਂ ਗਏ ਸੀ ਉੜੀਸਾ 'ਚ, ਅੰਦਰ ਜਾ ਕੇ ਪ੍ਰਸ਼ਾਦ ਨਹੀਂ, ਬਾਹਰ ਹੀ ਪੌੜੀਆਂ 'ਤੇ ਦਿੱਤਾ। ਤੁਹਾਨੂੰ ਯਾਦ ਹੈ? ਬਿਲਕੁਲ ਜੀ, ਬਿਲਕੁਲ। ਇਹ ਹਾਲਤ ਉਂਝ ਤੁਸੀਂ ਰਾਸ਼ਟਰਪਤੀ ਵੀ ਬਣਾ ਦੋਗੇ, ਪਰ ਜਦੋਂ ਉਹਨਾਂ ਦੀ ਅਸਲ ਮਾਨਿਆਂ 'ਚ ਐਮਪਾਵਰਮੈਂਟ ਦੀ ਗੱਲ ਆਊਗੀ, ਜਿੱਥੇ ਉਹ ਕਾਰਗੁਜ਼ਾਰੀ 'ਚ ਆਪਣੇ ਆਪ ਨੂੰ ਸਸ਼ਕਤ ਮਹਿਸੂਸ ਕਰਵਾਉਣ ਦੀ ਉਹਨਾਂ ਨੂੰ ਇੱਕ ਮੌਕਾ ਆਊਗਾ, ਉਦੋਂ ਤੁਸੀਂ ਉਹਨਾਂ ਨੂੰ ਵਿਰਵੇ ਰੱਖਦੇ, ਉਦੋਂ ਉਹਨਾਂ ਨੂੰ ਦੂਰ ਰੱਖਦੇ ਆ। ਇਸ ਲਈ ਇੱਕ ਤੇ ਇਹ ਗੱਲ, ਇਹਦੇ 'ਚ ਦੋ ਗੱਲਾਂ ਹੋਰ ਫੜਨ ਵਾਲੀਆਂ ਬੜੀ ਇੰਪੋਰਟੈਂਟ। ਇੱਕ ਤੇ ਕਿ ਅਕਾਲੀ ਦਲ ਜਾ ਰਿਹਾ, ਜਿਹੜਾ ਇੱਥੇ ਅਕਾਲੀ ਦਲ ਦਾ ਰੌਲਾ ਪਿਆ ਸੀ, ਗੁਰਦੀਪ ਇਨੈਗੂਰੇਸ਼ਨ 'ਚ ਜਾ ਰਿਹਾ, ਉਹ ਵਿਰੋਧੀ ਪਾਰਟੀਆਂ 19 'ਚ 20ਵਾਂ ਹੋਣਾ ਸੀ ਕਿ ਨਹੀਂ ਗਿਆ। ਇਹ ਤੇ ਬੜੀ ਅਫਸੋਸ ਵਾਲੀ ਗੱਲ ਆ ਕਿ ਇੱਥੇ ਕਹੀ ਜਾਂਦੀ ਆ ਕਿ ਅਸੀਂ ਲੱਗ ਗਏ, ਅਸੀਂ ਇੱਕ ਦੂਜੇ ਨੂੰ ਤੱਤੇ ਚਿਮਟੇ ਨਾਲ ਨਹੀਂ ਛੂਣਾ, ਅਸੀਂ ਤੇ ਹੁਣ ਕੋਈ ਸਾਡਾ ਸਾਂਝਾ ਫਰੰਟ ਨਹੀਂ ਬਣ ਸਕਦਾ ਪੰਜਾਬ ਦੇ ਵਿੱਚ। ਪੰਜਾਬ ਦੀ ਬੀਜੇਪੀ ਤੇ ਅਕਾਲੀ ਦਲ ਇਹੋ ਕਹਿੰਦੇ ਰੋਜ਼। ਪਿੱਛੇ ਜੇ ਜਦੋਂ ਆਇਆ ਕਿ ਹੁਣ ਤੇ ਜੀ ਪ੍ਰਕਾਸ਼ ਸਿੰਘ ਬਾਦਲ ਦੇ ਸਾਡੇ ਤੋਂ ਦੇਖੋ ਸਦਾ ਲਈ ਵਿਛੋੜਾ ਦੇ ਜਾਣ ਤੇ, ਜਦੋਂ ਪ੍ਰਧਾਨ ਮੰਤਰੀ ਜਿਵੇਂ ਚੱਲ ਕੇ ਆਇਆ, ਜਾਂ ਉਹਨਾਂ ਦੇ ਭੋਗ ਦੇ ਉੱਤੇ ਜਿਵੇਂ ਹੋਮ ਮਿਨਿਸਟਰ ਆਇਆ ਸੀਗਾ, ਤੇ ਇਹ ਬੜੀ ਚਰਚਾ ਚੱਲੀ ਸੀਗੀ ਇਸ ਗੱਲ ਦੀ ਕਿ ਦੇਖੋ ਜੀ ਹੁਣ ਇੰਜ ਹੈਗਾ ਕਿ ਇਹ ਫਿਰ ਇਕੱਠੇ ਹੋ ਜਾਣਗੇ ਵੀ ਪ੍ਰਧਾਨ ਮੰਤਰੀ ਦਾ ਆਉਣਾ ਆਪਣੇ ਆਪ 'ਚ ਇੰਡੀਕੇਸ਼ਨ, ਫਿਰ ਇਕੱਠੇ ਹੋ ਜਾਣ। ਉਹ ਇੰਨੀ ਚਰਚਾ ਚੱਲੀ ਕਿ ਦੋਵਾਂ ਨੇ ਕਿਹਾ ਕਿ ਨਾ,
ਇਹ ਤੇ ਨਹੀਂ ਹੋ ਸਕਦਾ। ਹੁਣ ਇਸ ਮੁੱਦੇ ਤੇ ਜਦੋਂ ਪ੍ਰਧਾਨ ਮੰਤਰੀ ਬਿਲਕੁਲ ਕਾਰਨਰਡ ਹੈਗਾ ਔਰ ਉਹ ਆਈਸੋਲੇਟਡ ਮਹਿਸੂਸ ਕਰ ਰਿਹਾ, ਇਹ ਆਕਸੀਜਨ ਦਾ ਸਿਲੰਡਰ ਲੈ ਕੇ ਉੱਥੇ ਪਹੁੰਚ ਗਿਆ, ਕੋਈ ਨਹੀਂ ਜੀ ਤੇ ਜੇ ਤੇਰਾ ਸਾਹ ਘੁੱਟਦਾ ਤੇ ਮੈਂ ਦਿੰਦਾ ਤੈਨੂੰ ਆਕਸੀਜਨ। ਇਹਦਾ ਮਤਲਬ ਕਿ 2024 ਚ ਇਹ 9 ਮਾਰਚ ਦਾ ਰਿਸ਼ਤਾ ਕਿਤੇ ਫਿਰ ਬਣਨ ਵਾਲਾ ਤਾਂ ਨਹੀਂ ਹੋ ਗਿਆ। ਇਹ ਬੜੀ ਇੱਕ ਪੰਜਾਬ ਲਈ ਮੰਦਭਾਗੀ ਖਬਰ ਹੋਊਗੀ। ਇੱਕੋ ਇੱਕ ਵਾਹਦ ਸ਼੍ਰੋਮਣੀ ਅਕਾਲੀ ਦਲ ਜਿਹੜੀ ਰੀਜਨਲ ਸਾਡੀ ਆਇਡੈਂਟੀਟੀ ਦੀ ਪਾਰਟੀ ਸੀਗੀ, ਜੇ ਉੱਥੇ ਜਾ ਕੇ ਆਪਣੀ ਨਤਮਸਤਕ ਹੋ ਜੂਗੀ, ਜਿਹੜੀ ਕਿ ਇਸ ਵੇਲੇ ਮੌਕੇ ਤੇ ਹੋ ਹੀ ਰਹੀ ਹੈ, ਜਦੋਂ ਉਸ ਸੰਕਟ ਦੇ ਵਿੱਚ ਫਸੇ ਹੋਇਆ, ਤਾਂ ਸਾਡੇ ਲਈ ਕੋਈ ਬਹੁਤੀ ਚੰਗੀ ਖਬਰ ਨਹੀਂ। ਸਰ ਇਸ ਤੋਂ ਇਲਾਵਾ ਜਿਵੇਂ ਜਿਹੜੀ ਬਲੰਡਰ ਮਿਸਟੇਕ ਕਰ ਰਹੇ ਨੇ ਮੋਦੀ ਗਵਰਨਮੈਂਟ, ਕਿ ਇੱਕ ਜਿਹੜੀ ਪਹਿਲਾਂ ਪਾਰਲੀਮੈਂਟ ਹੈਗੀ ਸੀ ਜਿਹਦੀ ਕਿ ਬਿਲਡਿੰਗ ਬੜੀ ਖੂਬਸੂਰਤ ਸੀ, ਇੱਕ ਲੈਗੇਸੀ ਸੀ, ਜਿਹਦੇ ਵਿੱਚ ਹੁਣ ਤੱਕ ਉਹਨੂੰ ਨਾ ਤਾਂ ਕੁਝ ਇਦਾਂ ਦਾ ਆਇਆ, ਕੋਈ ਕੁਦਰਤੀ ਆਫਤ ਆ ਕੇ ਉਹਨੂੰ ਕੋਈ ਪ੍ਰੋਬਲਮ ਹੋਈ ਆ, ਪਰ ਉਸ ਤੋਂ ਇਲਾਵਾ ਜਦੋਂ ਇਤਿਹਾਸ ਪੜ੍ਹਿਆ ਜਾਵੇਗਾ ਤੇ ਇਤਿਹਾਸ ਵਿੱਚ ਇਸ ਨੂੰ ਕਿਸ ਨਜ਼ਰ ਨਾਲ ਦੇਖਿਆ ਜਾਵੇਗਾ? ਕਿ ਇੱਕ ਤਾਂ ਇਹ ਗੱਲ ਹੋ ਗਈ ਕਿ ਇਹਨਾਂ ਨੇ ਪ੍ਰੈਜ਼ੀਡੈਂਟ ਨੂੰ ਨਹੀਂ ਬੁਲਾਇਆ, ਤੇ ਦੂਸਰੀ ਗੱਲ ਹੋ ਗਈ ਕਿ ਉਸ ਦੇ ਨਾਲ ਹੀ ਜਿਹੜੀਆਂ ਬਾਕੀ ਵਿਰੋਧੀ ਧਿਰਾਂ ਨੇ ਉਹਨਾਂ ਨੇ ਉਹਦਾ ਬਾਈਕਾਟ ਕੀਤਾ। ਤੀਜੀ ਗੱਲ ਇਹ ਆ ਕਿ ਜਿਵੇਂ ਕਿ ਦੇਖ ਰਹੇ ਹਾਂ ਅਸੀਂ ਪਿਛਲੇ ਕਈ ਸਾਲਾਂ ਤੋਂ ਜਦੋਂ ਦੀ ਮੋਦੀ ਸਰਕਾਰ ਆਈ ਆ, ਕਿ ਇਹਨਾਂ ਨੇ ਇੱਕੋ ਹੀ ਬੰਦਾ ਹੀਰੋ ਬਣਾਇਆ ਹੋਇਆ, ਇਹਨਾਂ ਨੂੰ ਲੱਗਦਾ ਕਿ ਸਿਰਫ ਉਹੀ ਅਸਮਾਨ ਨੂੰ ਉਤਰ ਗਿਆ, ਉਹੀ ਸਾਰਾ ਕੁਝ ਚਲਾਊਗਾ। ਇਹਦੇ ਨਾਲ ਜਿਹੜਾ ਇਨ ਫਿਊਚਰ ਜਾ ਕੇ ਜਦ 2024 ਦੀਆਂ ਇਲੈਕਸ਼ਨ ਆਉਣਗੀਆਂ ਜਾਂ ਫਿਰ ਬਾਅਦ 'ਚ ਇਤਿਹਾਸ ਪੜ੍ਹਿਆ ਜਾਊਗਾ, ਤਾਂ ਫਿਰ ਕਿਸ ਨਜ਼ਰੀਏ ਨਾਲ ਦੇਖਿਆ ਜਾ ਸਕਦਾ? ਨਜ਼ਰੀਆ ਤੇ ਬੜਾ ਸਾਫ਼ ਆ। ਇਹ ਬਿਲਡਿੰਗ ਬਣਾਉਣ ਦਾ ਨਜ਼ਰੀਆ ਵੀ ਉਹਨਾਂ ਨੂੰ ਸਾਫ਼ ਆ, ਸਾਨੂੰ ਭੁਲੇਖਾ ਹੈ ਤੇ ਉਹ ਵੀ ਦੂਰ ਕਰ ਲਓ ਜੀ। 28 ਤਰੀਕ ਦੀ ਤਰੀਕ ਕਿਉਂ ਚੁਣੀ ਗਈ ਹੈ ਜੀ? ਵੀਰ ਸਵਾਰਕਰ ਦਾ ਜਨਮ ਦਿਨ ਆ ਜੀ। ਉਸ ਨੂੰ ਯਾਦ ਨੂੰ ਤੇ ਉਸ ਦਿਨ ਨੂੰ ਏਡਾ ਵੱਡਾ ਕਰਕੇ ਦਿਖਾਉਣ ਲਈ ਕਿ ਆਉਣ ਵਾਲੇ ਸਮੇਂ 'ਚ ਹਿੰਦੂ ਹੀ ਰਾਸ਼ਟਰ ਹੋਊਗਾ, ਇਹ ਸੰਵਿਧਾਨ ਨਹੀਂ ਹੋਊਗਾ। ਇਹ ਸਾਡੇ ਬੰਦੇ ਕੰਨ ਖੋਲ ਕੇ ਤੇ ਅੱਖਾਂ ਖੋਲ ਕੇ ਦੇਖ ਲੈਣ ਤੇ ਸੁਣ ਲੈਣ ਜੀ। ਇਹ ਕਹਿੰਦਾ ਕਿ ਇਟਸ ਏ ਰਿਟਨ ਔਨ ਦਾ ਵਾਲ। ਇਹ ਹੁਣ ਨੰਗਾ ਚਿੱਟਾ ਦੁੱਧ ਵਾਂਗੂ ਜਿਨ੍ਹਾਂ ਨੂੰ ਭੁਲੇਖਾ ਸੀ ਉਹ ਆਪਣੇ ਸਾਫ਼ ਕਰਕੇ ਦੇਖ ਲੈਣ ਕਿ ਇਹ ਜਿਹੜਾ ਨਵੀਂ ਬਿਲਡਿੰਗ ਦਾ ਇਨੈਗੂਰੇਸ਼ਨ ਪ੍ਰਧਾਨ ਮੰਤਰੀ ਵੱਲੋਂ ਜਿੱਦ ਕਰਕੇ ਹੋਣ ਦਾ ਇੱਕ ਅਰਥ ਇਹ ਹੈਗਾ ਕਿ ਇੱਥੇ ਨਵੀਂ ਕਿਸਮ ਦੀ ਰਾਜਨੀਤੀ, ਜਿਹੜੀ ਕਿ ਜਿਸ ਨੂੰ ਅਸੀਂ ਹਿੰਦੂ ਰਾਸ਼ਟਰਵਾਦੀ ਰਾਜਨੀਤੀ ਕਹਿੰਦੇ ਆ, ਉਸ ਕਿਸਮ ਦੀ ਬੁਨਿਆਦ ਰੱਖਣ ਦਾ ਵੀ ਇੱਕ ਦਿਨ 28 ਮਈ ਚੁਣਿਆ ਗਿਆ। ਪ੍ਰੋਫੈਸਰ ਸਾਹਿਬ, ਇੱਕ ਪਾਸੇ ਤਾਂ ਜਿਹੜੀ ਇਹ ਮੋਦੀ ਸਰਕਾਰ ਆ ਇਹ ਨਵੀਂ ਪਾਰਲੀਮੈਂਟ ਦਾ ਉਦਘਾਟਨ ਕਰ ਰਹੀ ਹੈ, ਤੇ ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਸਾਡੇ ਜਿਹੜਾ ਮਨੀਪੁਰ ਜਿਹੜਾ ਜਲ ਰਿਹਾ ਹੈਗਾ, ਤੇ ਉਹਦੇ ਵਿੱਚ ਉਹ ਅਸੀਂ ਕਿਵੇਂ ਦੇਖਦੇ ਹਾਂ ਜੀ? ਦੇਖੋ, ਇਹ ਗੱਲਾਂ ਜੁੜੀਆਂ ਆਪਸ ਵਿੱਚ ਜੀ। ਇੱਕ ਖਾਸ ਕਿਸਮ ਦੀ ਸੋਚ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ। ਧਰਮਾਂ ਤੇ ਜਾਤਾਂ ਦੀ ਰਾਜਨੀਤੀ ਇੰਨੀ ਜ਼ਿਆਦਾ ਉਹਨੂੰ ਤਤਪਰ ਕਰਤਾ, ਇੰਨਾ ਗਰਮੀ ਭਰ ਦਿੱਤੀ ਉਹਦੇ 'ਚ, ਔਰ ਜੋਸ਼ ਇੰਨਾ ਭਰ ਦਿੱਤਾ ਗਿਆ ਕਿ ਜਿਵੇਂ ਪਾਕਿਸਤਾਨ ਵੇਲੇ ਜਿਹੜੀ ਮੁਸਲਿਮ ਲੀਗ ਕੁਝ ਸੁਣਨਾ ਹੀ ਨਹੀਂ ਸੀ ਚਾਹੁੰਦੇ। ਦੂਸਰੀ ਗੱਲ ਕਿ ਸਾਨੂੰ ਆਪਣਾ ਪਾਕਿਸਤਾਨ ਚਾਹੀਦਾ, ਬਸ ਉਹ ਉਹਨਾਂ ਮੁਸਲਮਾਨਾਂ ਨੂੰ ਵੀ ਨਹੀਂ ਸੀ ਸੁਣਨਾ ਚਾਹੁੰਦੇ ਕਿ ਜਿਹੜੇ ਉਹਨਾਂ ਦੇ ਆਪਣੇ ਭਰਾ ਸੀਗੇ ਇੱਥੇ, ਜਿਹੜੇ ਲਖਨਊ ਜਾਂ ਹੋਰ ਵਾਲੇ ਸੀ। ਉਹਨਾਂ ਨੇ ਜਦੋਂ ਪੁੱਛਿਆ ਉਹਨਾਂ ਨੂੰ, ਜਿਨ੍ਹਾਂ ਨੂੰ, ਕਿ ਯਾਰ ਅਸੀਂ ਤੇ ਜਾਣਾ ਨਹੀਂ ਚਾਹੁੰਦੇ, ਤੁਸੀਂ 10-12% ਜਾ ਕੇ ਪਾਕਿਸਤਾਨ 'ਚ ਜਾਣਾ ਚਾਹੁੰਦੇ ਆ ਤੇ ਨਹੀਂ, ਤੇ ਸਾਡਾ ਕੀ ਬਣੂ? ਉਹ ਕਹਿੰਦਾ ਮੈਨੂੰ ਮੇਰੇ ਕੋਲ ਇਹਦਾ ਕੋਈ ਜਵਾਬ ਨਹੀਂ। ਹੁਣ ਤੁਸੀਂ ਇੱਥੇ ਦੇਖੋ ਤੇ ਸਹੀ, ਤੁਸੀਂ ਇੰਨੀ ਅੱਗ ਲਾਈ ਜਾਂਦੇ ਆ ਕਿ ਇਸ ਦਾ ਕਿਤੇ ਐਤ ਨਹੀਂ ਹੋਊਗਾ ਕਿ ਮਣੀਪੁਰ ਇੱਕ ਪ੍ਰੀਕਰਸਰ ਆ, ਵੀ ਉਹਦੀ ਇੱਕ ਸ਼ੁਰੂਆਤੀ ਮਾਡਲ, ਜਾਂ ਤੁਸੀਂ ਐਂ ਕਹੋ ਕਿ ਸ਼ੁਰੂਆਤੀ ਦੌਰ ਹੈਗਾ। ਇਹ ਹਾਲਤ ਮੈਂ ਥੋੜੀ ਜੀ ਗੱਲ ਇਹਦੇ 'ਚ ਤੁਹਾਨੂੰ ਦੱਸਣੀ ਚਾਹੁੰਦਾ ਤੇ ਹੋ ਕੀ ਰਿਹਾ। ਮਣੀਪੁਰ ਇਸ ਤਰੀਕੇ ਨਾਲ ਜਿਵੇਂ ਕੱਪ ਹੁੰਦਾ ਆ, ਚਾਰੇ ਪਾਸੇ ਪਹਾੜ ਆ ਤੇ ਸੈਂਟਰ ਦੇ ਵਿੱਚ ਵੈਲੀ ਹੈਗੀ। ਜਿਹੜਾ ਵੈਲੀ ਦਾ ਏਰੀਆ ਉਹ 10%, ਪਹਾੜਾਂ ਦੇ ਉੱਤੇ ਜਿਹੜਾ 90% ਏਰੀਏ ਦੇ ਉੱਤੇ ਖੇਤੀਬਾੜੀ ਜਿਹੋ ਜੀ ਵੀ ਜਿਸ ਤਰ੍ਹਾਂ ਦੀ ਹੁੰਦੀ, ਉੱਥੇ ਆਦੀਵਾਸੀ ਰਹਿੰਦੇ ਆ। ਉਹਦੇ 'ਚ ਕੁੱਕੀ ਦੇ ਨਾਲ, ਉਹਨਾਂ ਦੇ ਨਾਲ ਦੇ ਚਿੰਨ ਜਾਂ ਹੋਰ ਉਹਦੇ 'ਚ ਦੂਸਰੇ ਨਾਲ ਦੇ ਹੋਰ ਵੀ 4 ਕਿਸਮ ਦੇ ਆਦੀਵਾਸੀ ਰਹਿੰਦੇ ਆ, ਤੇ ਨਾਗਾਜ਼ ਵੀ ਰਹਿੰਦੇ ਆ। ਨਾਗਾਜ਼ ਦਾ ਕੋਈ ਇਹਦੇ ਵਿੱਚ ਐਕਟਿਵ ਪਾਰਟੀਸਪੇਸ਼ਨ ਨਹੀਂ ਹੈਗੀ। ਜਿਹੜੇ ਕੁੱਕੀ ਤੇ ਉਹਨਾਂ ਦੇ ਨਾਲ 3 ਹੋਰ ਛੋਟੇ ਹੋਰ ਆਦੀਵਾਸੀ ਹੈਗੇ ਆ, ਉਹਨਾਂ ਦੇ 10 MLA ਆ। 10 ਨੇ ਅੱਜ ਇਹ ਕਹਿ ਦਿੱਤਾ ਕਿ ਸਾਡੇ ਵਿਰੁੱਧ ਲਗਾਤਾਰ ਪਿਛਲੇ 10 ਸਾਲਾਂ ਤੋਂ ਸਾਨੂੰ ਕਾਰਨਰ ਕੀਤਾ ਜਾ ਰਿਹਾ, ਸਾਨੂੰ ਮਾਰਿਆ ਝੰਬਿਆ ਜਾ ਰਿਹਾ, ਸਾਡੀ ਕੋਈ ਸੁਣੀ ਨਹੀਂ ਜਾ ਰਹੀ, ਕਿਉਂਕਿ ਮੈਤੇ ਕਮਿਊਨਿਟੀ ਜਿਹੜੇ ਕਿ 53% ਆ ਉਹ ਵੈਲੀ 'ਚ ਰਹਿੰਦੇ ਆ, ਬਿਲਕੁਲ ਕਸ਼ਮੀਰ ਵਾਂਗੂ। ਉਹ ਰਾਜ ਵੀ ਕਰਦੇ ਨੇ, ਮਤਲਬ ਉਹ ਰਾਜ ਕਰਦੇ ਕਿਉਂਕਿ ਉਹਨਾਂ ਦੀ ਮੈਜੋਰਿਟੀ ਹੈ। ਇਹਨਾਂ ਨੂੰ ਜਿਹੜੇ ਆਦੀਵਾਸੀ ਆ, ਇੱਕ ਤੇ ਰਹਿੰਦੇ ਬਹੁਤ ਫਰਟਾਈਲ ਜਗ੍ਹਾ ਨਹੀਂ ਹੈ, ਹਿੱਲ ਏਰੀਆ ਆ, ਬੈਕਵਰਡ ਹੁੰਦਾ ਕੁਦਰਤੀ ਆ, ਘੱਟ ਆਮਦਨ ਹੈਗੀ ਆ।
ਉਹਨਾਂ ਦਾ ਨੰਬਰ ਵੀ ਘੱਟ ਹੈਗਾ। ਜੀ। ਇਸ ਲਈ ਉਂਝ ਤੇ ਆਦੀਵਾਸੀ ਉੱਥੇ 35% ਬਣਦੇ ਟੋਟਲ, ਕਾਫੀ ਵੱਡਾ ਨੰਬਰ ਆ। ਜੀ। ਉਹ ਕਹਿੰਦੇ ਆ ਕਿ ਸਾਨੂੰ ਤੁਸੀਂ ਇਹਨਾਂ ਨਾਲੋਂ ਅਲੱਗ ਕਰ ਦਿਓ, ਅਸੀਂ ਬਾਰ-ਬਾਰ ਮਾਰ ਨਹੀਂ ਖਾਣੀ। ਚੰਦਚੂੜਪੁਰ ਕੋਈ ਇਹੋ ਜਿਹਾ ਉਹਨਾਂ ਦਾ ਜ਼ਿਲ੍ਹੇ ਦਾ ਨਾਂ ਆ, ਜਿੱਥੇ ਸਾਰੀ ਵਾਇਲੈਂਸ ਸ਼ੁਰੂ ਹੋਈ। ਜੀ। ਤੁਹਾਨੂੰ ਪਤਾ ਉਹਦਾ ਨਿਕਲਿਆ ਕੀ ਆ? ਜੀ। ਜੀ। 100 ਦੇ ਕਰੀਬ ਬੰਦੇ ਮਰੇ ਆ। ਜੀ। 1700 ਘਰ ਫੂਕੇ ਗਏ ਆ। 100 ਲਾਸ਼ ਅਜੇ ਪਈ ਹੈ। ਉਹ ਕੁੱਕੀ ਜਿਹੜੇ ਟ੍ਰਾਈਬਸ ਆ ਉਹਨਾਂ ਦੀ ਜ਼ਿਆਦਾ, ਉਹ ਅਜੇ ਆਈ ਨਹੀਂ ਵਾਪਸ 3 ਮਈ ਤੋਂ। ਹੁਣ ਅੱਜ ਦੇਖ ਲਓ ਕਿਹੜੀ ਹੈ, 20 ਦਿਨ ਹੋ ਗਏ। ਉਹ ਇਸ ਕਰਕੇ ਨਹੀਂ ਕਿ ਜੇ ਉੱਥੇ ਲਾਸ਼ਾਂ ਲੈਣ ਜਾਣਗੇ ਤਾਂ ਉਹਨਾਂ ਨੂੰ ਮਾਰ ਦੇਣਗੇ, ਡਰ ਦਾ ਇੰਨਾ ਮਾਹੌਲ ਬਣਿਆ। ਇੱਕ ਪਾਸੇ ਤਾਂ ਇਹ ਮਾਹੌਲ ਬਣਿਆ ਹੈ ਤੇ ਦੂਜੇ ਪਾਸੇ ਨਵੀਂ ਪਾਰਲੀਮੈਂਟ ਦਾ ਉਦਘਾਟਨ ਹੋ ਰਿਹਾ, ਤੇ ਇਹ ਜਿਹੜੀ ਆ ਇਹ ਇੱਕ ਬੜੀ ਜਿਹੜੀ ਸ਼ਰਮਨਾਕ ਗੱਲ ਹੈਗੀ ਆ ਮੋਦੀ ਸਰਕਾਰ ਦੇ ਲਈ। ਉੱਥੇ ਸੈਂਟਰ ਸਰਕਾਰ ਨੇ ਹੁਣ ਤੱਕ ਇੰਟਰਵੈਂਸ਼ਨ ਕੀ ਕੀਤੀ ਹੈ? ਜ਼ਿਆਦਾਤਰ ਹੁੰਦਾ ਕਿ ਕਿਤੇ ਗਵਰਨਰ ਰਾਜ ਲੱਗ ਜਾਂਦਾ ਹੁੰਦਾ, ਜਾਂ ਫਿਰ ਸੈਂਟਰ ਦੀਆਂ ਜਿਹੜੀਆਂ ਫੌਜਾਂ ਭੇਜੀਆਂ ਜਾਂਦੀਆਂ ਨੇ ਉਹ ਜਿਹੜਾ ਸ਼ਾਂਤੀ ਬਹਾਲ ਕਰਨ ਦੇ ਲਈ। ਉੱਥੇ ਪ੍ਰੋਫੈਸਰ ਸਾਹਿਬ ਕੀ ਹੋਇਆ? ਹੁਣ ਪ੍ਰੈਜ਼ੈਂਟ ਸਿਚੁਏਸ਼ਨ ਕੀ ਆ? ਕਲੈਸ਼ ਗੁਰਦੀਪ ਇੰਜ ਹੋ ਰਿਹਾ, ਜਿਹੜੇ ਵੈਲੀ 'ਚ ਆ ਉਹ ਮੈਤੇ ਆ, ਉਹਨਾਂ ਦਾ ਜ਼ਿਆਦਿਆਂ ਦਾ ਧਰਮ ਹਿੰਦੂ ਹੈਗਾ ਜੀ, ਔਰ ਉਹ ਜ਼ਿਆਦਾ ਪਾਵਰ ਦੇ ਵਿੱਚ ਵੀ ਹੈ, ਰਾਜਨੀਤਿਕ ਪਾਵਰ 'ਚ ਵੀ ਹੈ, ਵੈਸੇ ਵੀ ਮੈਜੋਰਿਟੀ 'ਚ ਹੈ। ਸਾਰੀ ਲੜਾਈ ਕਿਸ ਗੱਲ ਦੀ ਆ ਕਿ ਹੋਣ ਵਾਲੀ ਸਰਕਾਰ ਉਹਨਾਂ ਨੂੰ ਆਦੀਵਾਸੀ ਦਾ ਦਰਜਾ ਦੇਣ ਲਈ ਤਿਆਰ ਬੈਠੀ ਹੈ। ਉਹ ਕਹਿੰਦੇ ਯਾਰ ਸਾਡਾ ਫਿਰ 35% ਦਾ ਕੀ ਬਣੂ, ਜੇ ਇਹ ਵੀ ਹੋ ਗਏ ਤੇ ਸਾਡੀ ਤੇ ਨੰਬਰ ਬੜਾ ਪਿੱਛੇ ਚਲੇ ਜਾਊਗਾ। ਲੈ ਆ ਲੜਾਈ ਆ। ਇਹ ਹਿੰਦੂ ਹੈ, ਆਦੀਵਾਸੀ ਬਹੁਤੇ ਕ੍ਰਿਸਚੀਅਨ ਆ। ਉਹ ਖੇਤੀ ਦਾ ਕੰਮ ਕਰਦੇ ਆ, ਇਹ ਦੂਜੇ ਕਾਰੋਬਾਰ ਕਰਦੇ। ਉਹ ਸੱਤਾ ਤੋਂ ਬਾਹਰ ਆ, ਇਹ ਸੱਤਾ ਦੇ ਵਿੱਚ ਹੈ। ਉਹ ਆਦੀਵਾਸੀ ਹੈ ਤੇ ਇਹ ਐਥਨੀਕਲੀ ਮੈਤੀ ਹੈ। ਉਹ ਕੁੱਕੀ ਹੈ, ਇਹ ਮੈਤੇ ਹੈਗੇ। ਇਹ ਸਾਰੇ ਦੀ ਸਾਰਾ ਜਦੋਂ ਵਖਰਾਓ ਇੰਨਾ ਪੈ ਗਿਆ, ਉਹਨਾਂ ਦੇ ਵਿੱਚ ਜਿਹੜੇ 10 MLA ਆ ਜਿਨ੍ਹਾਂ ਚੋਂ 7 BJP ਦੇ ਆਪਣੇ ਆ, ਕਿਸੇ ਨੇ ਪੋਲਿਟਿਕਸ ਨਹੀਂ ਪੁੱਛਣੀ। ਉਹ ਕਹਿੰਦੇ ਸਾਨੂੰ ਕਰੋ ਅਲੱਗ, ਜਿਵੇਂ ਬੋਦੋਲੈਂਡ ਅਸਾਮ ਦੇ ਵਿੱਚ ਸੀ, ਜਾਂ ਉਹ ਉੱਪਰ ਪੱਛਮੀ ਬੰਗਾਲ ਦੇ ਵਿੱਚ ਕੀ ਸੀ, ਡੋਗਰਾ ਕਿਹੜੀ ਡੋਗਰਾ ਨਹੀਂ ਕੋਈ ਇਹੋ ਜਿਹੀ, ਉਹਨਾਂ ਦੀ ਵੀ ਬੜੀ ਮੂਵਮੈਂਟ। ਜੀ ਹਾਂ, ਉਹਨਾਂ ਦੀ ਵੀ ਚੱਲਦੀ ਰਹੀ ਹੈ ਨਾ ਨਾਰਥ ਬੰਗਾਲ ਦੇ ਵਿੱਚ। ਉਹ ਸਾਰੀ ਹੁਣ ਇੱਥੇ ਉਸ ਕਿਸਮ ਦੀ ਆਪਣੀ ਕੁੱਕੀ ਲੈਂਡ ਦੀ ਲੜਾਈ ਉਹਨਾਂ ਨੇ ਸ਼ੁਰੂ ਕਰਤੀ ਆ। ਉਹ ਕਹਿੰਦੇ ਅਸੀਂ ਨਹੀਂ ਇਹਨਾਂ ਦੇ ਨਾਲ ਰਹਿਣਾ, ਅਸੀਂ ਤੇ ਸਾਨੂੰ ਕਰ ਦਿਓ ਅਲੱਗ, ਸਾਡੀ ਆਪਣੀ ਅਲੱਗ ਸਟੇਟ, ਜਿਸ ਤਰ੍ਹਾਂ ਆਟੋਨਮਸ ਸਟੇਟ। ਉੱਥੇ ਪਹਿਲਾਂ ਵੀ ਡਿਸਟ੍ਰਿਕਟ ਆਟੋਨਮਸ ਹੈਗੇ ਆ। ਪ੍ਰੋਫੈਸਰ ਸਾਹਿਬ, ਜਿਵੇਂ ਇਹ ਇੱਕ ਸਾਈਡ ਤੇ ਤਾਂ BJP ਸਰਕਾਰ ਆ ਜਿਹੜੀ ਕਹਿ ਰਹੀ ਆ ਕਿ ਅਸੀਂ ਸਾਰੇ ਦੇਸ਼ ਨੂੰ ਇੱਕ ਕਰ ਦੇਵਾਂਗੇ, ਪਰ ਦੂਜੀ ਸਾਈਡ ਤੇ ਧੱਕੇ ਨਾਲ ਇੱਕ ਕਰਨ ਦੀ ਜਿਹੜੀ ਆ, ਕਿਸੇ ਦੇ ਉੱਤੇ ਭਾਸ਼ਾ ਥੋਪੀ ਜਾ ਰਹੀ ਆ, ਕਿਸੇ ਦੇ ਉੱਤੇ ਆਪਣਾ ਹਿੰਦੂ ਰਾਸ਼ਟਰ ਵਾਲਾ ਜਿਹੜਾ ਇਹ ਹੱਥ ਕੰਡੇ ਅਪਣਾਏ ਜਾ ਰਹੇ ਨੇ। ਤੇ ਇਸ ਤਰੀਕੇ ਨਾਲ ਜਿੰਨਾ ਇਹ ਲੋਕਾਂ ਦਾ ਘਾਣ ਕਰੀ ਜਾ ਰਹੇ ਨੇ, ਤੁਹਾਨੂੰ ਲੱਗ ਨਹੀਂ ਰਿਹਾ ਕਿ ਥੋੜੇ ਜਿਹੜੇ ਸਾਲਾਂ ਦੇ ਵਿੱਚ ਹਰ ਸਟੇਟ ਆਪਣੀ ਆਟੋਨਮੀ ਮੰਗਣ ਲੱਗ ਗਿਆ ਤੇ ਆਪਣੇ ਰਾਜਾਂ ਦੇ ਵੱਧ ਅਧਿਕਾਰ ਮੰਗਣ ਲੱਗ ਗਏ? ਬੜੀ ਅਜੀਬ ਗੱਲ ਹੈ ਗੁਰਦੀਪ। ਮੈਂ ਇੱਕ ਛੋਟੇ ਜਿਹੇ ਨਾ ਲਾਈਟਰ ਵੇਂਚ ਚੁਟਕਲੇ ਤੋਂ ਗੱਲ ਸ਼ੁਰੂ ਕਰਦਾ ਜੀ। ਉਹ ਚੁਟਕਲਾ ਇਹ ਹੈ ਕਿ ਹੈ ਤੇ ਜਾਤੀਗਤ ਸਾਡੇ ਗੱਲਾਂ ਹੀ ਹੈਗੀਆਂ। ਜੀ। ਉਹ ਕੋਈ ਬਾਣੀਆਂ ਜੱਟ ਨੂੰ ਢਾਇਆ ਹੋਇਆ ਸੀ ਤੇ ਉੱਪਰ ਬੈਠਾ ਸੀ ਜੀ, ਤੇ ਉਹ ਬਾਣੀਆਂ ਜਿਹੜਾ ਉੱਪਰ ਬੈਠਾ ਤੇ ਰੋਈ ਜਾਵੇ ਜੀ। ਉਹ ਕੋਈ ਲਾਗੂ ਦੀ ਲੱਗਿਆ, ਯਾਰ ਕਹਿੰਦਾ ਤੈਨੂੰ ਕੀ ਉੱਪਰ ਬੈਠਾ ਜੱਟ ਨੂੰ ਤੂੰ ਢਾਇਆ ਹੋਇਆ ਤੇ ਤੂੰ ਰੋਈ ਕਿਉਂ ਜਾਣਾ? ਕਹਿੰਦਾ ਮੈਂ ਇਸ ਗੱਲੋਂ ਡਰੀ ਜਾਣਾ ਵੀ ਜੇ ਉੱਠ ਪਿਆ ਤੇ ਇਹਨੇ ਮੈਨੂੰ ਛੱਡਣਾ ਨਹੀਂ ਜੀ। ਯਾਰ ਤੁਸੀਂ 80% ਮੈਜੋਰਿਟੀ ਕਮਿਊਨਿਟੀ ਆ ਜੀ, ਹਿੰਦੂ ਜੀ, ਜਿਨ੍ਹਾਂ ਨੂੰ ਉਹ ਹਿੰਦੂ ਮਤਲਬ ਜਿਸ ਤਰ੍ਹਾਂ ਵੀ ਸਮਝਦੇ ਆ। ਅਸੀਂ ਤੇ ਹਿੰਦੂ ਸਿੱਖ ਦਾ ਕੋਈ ਫਾਇਦਾ ਹੈ, ਅਸੀਂ ਤੇ ਕੋਈ ਫਰਕ ਨਹੀਂ ਸਮਝਦੇ। ਅਸੀਂ ਸਭ ਨੂੰ ਇਨਸਾਨ ਸਮਝਦੇ ਆ। ਰੱਬ ਨੇ ਸਾਰਿਆਂ ਨੂੰ ਇਨਸਾਨ ਬਣਾਇਆ, ਜਾਤਾਂ ਧਰਮ ਤੇ ਅਸੀਂ ਬਣਾਏ। ਪਰ ਜੋ ਉਹ ਡਿਫਾਈਨ ਕਰਦੇ, ਇੰਨੀ ਵੱਡੀ ਮੈਜੋਰਿਟੀ ਚ ਹੋਣ ਦੇ ਬਾਵਜੂਦ ਕਿਹੜੀ ਗੱਲ ਤੋਂ ਇਹਨਾਂ ਨੂੰ ਇਨਸਿਕਿਉਰਿਟੀ ਹੈ? ਕਿਹੜੀ ਗੱਲ ਤੋਂ ਡਰੀ ਜਾਂਦੇ ਆ? ਵੀ ਮੁਸਲਮਾਨ ਕਿੰਨੇ ਆ? 13-14% ਆ। ਬਾਕੀ ਅਸੀਂ 2% ਹੋਵਾਂਗੇ, ਕੁਝ ਹੋਰ ਥੋੜੇ 1-2% ਮਿਲਾ ਕੇ ਕੁੱਲ ਘੱਟ ਗਿਣਤੀਆਂ 20% ਵੀ ਨਹੀਂ ਆ ਦੇਸ਼ ਦੀਆਂ। ਉਹਦੇ ਬਾਵਜੂਦ ਵੀ ਤੁਹਾਨੂੰ ਹਿੰਦੂ ਰਾਸ਼ਟਰ ਚਾਹੀਦਾ। ਵੀ ਹਿੰਦੂਆਂ ਦਾ ਹੀ ਰਾਸ਼ਟਰ ਹੈ, ਕਿਹਦਾ ਰਾਸ਼ਟਰ ਹੈ? ਸਿੱਖਾਂ ਦਾ ਰਾਸ਼ਟਰ ਹੈ, ਇਹ ਮੁਸਲਮਾਨਾਂ ਦਾ ਰਾਸ਼ਟਰ ਹੈ। ਪਤਾ ਨਹੀਂ ਕਿਉਂ ਇਨਫੀਰੀਅਰ ਕੰਪਲੈਕਸ ਆਪਣੇ ਅੰਦਰ ਇੱਕ ਜਿਹਨੂੰ ਹੈ ਆਤਮ ਵਿਸ਼ਵਾਸ ਦੀ ਇੰਨੀ ਘਾਟ ਆ ਕਿ ਉਸ ਰਿਐਕਸ਼ਨ 'ਚ ਹੀ ਪੁੱਠੇ ਕੰਮ ਕਰੀ ਜਾਂਦੇ ਆ। ਇਹਨਾਂ ਨੂੰ ਕਰੋ, ਉਹਨਾਂ ਨੂੰ ਕਰੋ, ਲੜਾਉਣਾ, ਨਫ਼ਰਤ ਕਰਨੀ, ਬਜਰੰਗ ਦਲ, ਇਹ ਵਿਸ਼ਵ ਹਿੰਦੂ ਪਰਿਸ਼ਦ, ਇਹ ਗਊ ਰਕਸ਼ਕ, ਕਿਹੜੇ ਉਹ ਜੋ ਮਤਲਬ ਪਬਲਿਕ ਦੇ ਵਿੱਚ ਜਿਸ ਕਿਸਮ ਦੀ ਇੱਥੇ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਮੈਂ ਤਾਂ ਬਹੁਤ ਨੇੜਿਓਂ ਮਣੀਪੁਰ ਨੂੰ ਦੇਖ ਰਿਹਾ
ਕਿ ਜੋ ਮਣੀਪੁਰ ਦੇ ਵਿੱਚ ਵੱਡ ਵਡਿੰਗਾ ਹੋਇਆ 50,000 ਲੋਕ ਉੱਥੇ ਕੈਂਪਾਂ 'ਚ ਰਹਿ ਰਹੇ ਇਸ ਵੇਲੇ, 50,000 ਲੋਕ। ਔਰ ਜਿਸ ਕਿਸਮ ਨਾਲ ਜਿਤਨਾ ਨਾਜ਼ੀਆਂ ਨੇ ਲਾਤੇ ਸੀ, ਇਹ ਮਹਿਤੇ ਦੀ ਦੁਕਾਨ ਆ, ਇਹ ਦੂਜੇ ਦੀ ਦੁਕਾਨ ਆ, ਇਹ ਕੁੱਕੀ ਦੀ ਦੁਕਾਨ ਆ, ਫਲਾਣੇ ਦੀ ਦੁਕਾਨ, ਉਹ ਜਿਹੜੀਆਂ ਚੁਣ ਚੁਣ ਕੇ ਅੱਗਾਂ ਲਾਈਆਂ ਗਈਆਂ ਉੱਥੇ ਚੂੜਪੁਰ ਵਿੱਚ, ਜਿੱਥੇ ਵੀ ਜੋ ਵੀ ਉਹਦਾ ਜ਼ਿਲ੍ਹੇ ਦਾ ਨਾਂ ਹੈਗਾ। ਗੁਰਦੀਪ, ਇਹ ਜੇ ਸਾਰੇ ਦੇਸ਼ 'ਚ ਫੈਲ ਗਈ, ਉਹਨਾਂ ਦੀ ਤਾਂ ਪਾਪੂਲੇਸ਼ਨ ਹੀ ਬਹੁਤ ਥੋੜੀ ਆ, 35-40 ਲੱਖ ਹੋਣੀ ਆ ਪਾਪੂਲੇਸ਼ਨ ਮਣੀਪੁਰ ਦੀ, ਇਹ ਤੋਂ ਵੱਧ ਨਹੀਂ ਹੈਗੀ। ਤੇ ਜੇ ਉੱਥੇ ਇੱਕ ਛੋਟੇ ਜਿਹੇ ਸੂਬੇ ਦੇ ਵਿੱਚ ਆਹ ਕੁਝ ਹੋ ਰਿਹਾ, ਤੇ ਜੇ 140 ਕਰੋੜ 'ਚ ਹੋ ਗਿਆ, ਇਹ ਸਾਂਭ ਲੈਣਗੇ ਜਿਹੜੀ ਜੰਗਲ ਦੀ ਅੱਗ ਨੂੰ? ਕੋਈ ਨਹੀਂ ਸਾਂਭ ਸਕਦੇ। ਇਸ ਲਈ ਸਾਡੀ ਬੇਨਤੀ ਇਹ ਹੈ ਕਿ ਜਿਹਨੇ ਵੀ ਰਾਜ ਕਰਨਾ ਸੰਵਿਧਾਨ ਦੇ ਮੁਤਾਬਕ ਕਰੋ। ਸੰਵਿਧਾਨ ਸਾਡਾ ਇੱਕ ਬਹੁਤ ਵੱਡਾ ਸਮਾਜਿਕ ਵੈਲਫੇਅਰ ਦਾ, ਸੋਸ਼ਲ ਵੈਲਫੇਅਰ ਦਾ ਡਾਕੂਮੈਂਟ ਹੈ, ਸੋਸ਼ਲ ਡਾਕੂਮੈਂਟ ਹੈ। ਇਹ B.R. ਅੰਬੇਦਕਰ ਸਾਹਿਬ ਨੇ ਬਾਰ-ਬਾਰ ਸਾਨੂੰ ਚੇਤੇ ਕਰਾਇਆ। ਉਹਨਾਂ ਨੇ ਤਾਂ ਹੀ ਚੇਅਰਮੈਨਸ਼ਿਪ ਦੇ ਵਿੱਚ ਬਹੁਤ ਕੁਝ ਸਾਨੂੰ ਦਿੱਤਾ। ਜੇ ਤੁਸੀਂ ਉਸ ਨੂੰ ਹੀ ਇੱਕ ਪਾਸੇ ਅਲੱਗ ਕਰਕੇ ਉਸ ਨੂੰ ਅਗਨੋਂ ਹੋਰ ਹੀ ਕੁਝ ਹਿੰਦੂ ਰਾਸ਼ਟਰ ਦਾ ਨਾਂ ਦੇ ਉੱਤੇ ਪਾਰਲੀਮੈਂਟ ਨਵੀਂ, ਵੀਰ ਸਾਵਰਕਰ ਦੇ ਜਨਮ ਦਿਨ ਦੇ ਉੱਤੇ ਉਸ ਦਾ ਇਨੈਗੂਰੇਸ਼ਨ ਕਰਨਾ, ਮੁਰਮੂ ਨੂੰ ਬਾਹਰ ਰੱਖਣਾ, ਵਿਰੋਧੀ ਪਾਰਟੀਆਂ ਦੀ ਸੁਣਨੀ ਨਾ, ਇਹ ਤਾਂ ਸ਼ਰੇਆਮ ਆ ਕਿ ਲੋਕਾਂ ਦੇ ਵਿੱਚ ਇਹੋ ਜਿਹੀ ਚਰਚਾ ਛਿੜ ਗਈ ਹੈ ਕਿ 2024 ਦੀਆਂ ਸੱਚੀ ਮੁੱਚੀ ਵੋਟਾਂ ਨਾਲ ਚੋਣਾਂ ਹੋਣਗੀਆਂ ਜਾਂ ਉਂਝ ਹੀ ਧੱਕੇ ਦੇ ਨਾਲ ਚੋਣਾਂ ਦੇ ਵਿੱਚ ਕਬਜ਼ਾ ਕਰ ਲਿਆ ਜਾਊਗਾ, ਜਦੋਂ ਵਿਰੋਧੀ ਪਾਰਟੀਆਂ ਦੀ ਆਵਾਜ਼ ਨੂੰ ਇਸ ਪੱਧਰ ਤੇ ਇਸ ਕਦਰ ਇਗਨੋਰ ਕੀਤਾ ਜਾ ਰਿਹਾ। ਜੀ ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਬਣਾਇਆ ਸੀ, ਤੇ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਨੇ ਇੱਕ ਗੱਲ ਕਹੀ ਸੀ ਕਿ ਕੋਈ ਵੀ ਸੰਵਿਧਾਨ, ਕਿਸੇ ਵੀ ਦੇਸ਼ ਦਾ ਸੰਵਿਧਾਨ ਆ, ਉਦੋਂ ਤੱਕ ਵਧੀਆ ਨਹੀਂ ਹੋਵੇਗਾ ਜਦੋਂ ਤੱਕ ਉਹਨੂੰ ਚਲਾਉਣ ਵਾਲੇ ਜਿਹੜੇ ਲੋਕ ਨਹੀਂ ਵਧੀਆ ਹੋਣਗੇ। ਹੁਣ ਜ਼ਿਆਦਾਤਰ ਕਈ ਬੰਦੇ ਕਹਿੰਦੇ ਨੇ ਸੰਵਿਧਾਨ ਨਹੀਂ ਮੰਨਦੇ, ਕਈ ਮੰਨਦੇ ਵੀ ਨੇ, ਪਰ ਇੱਥੇ ਜਿਹੜੀ ਗੱਲ ਆ ਰਹੀ ਹੈ ਇਸ ਟਾਈਮ ਜਿਹੜੇ ਇਹ ਸਰਕਾਰ ਆ, ਸਾਨੂੰ ਲੱਗ ਨਹੀਂ ਰਿਹਾ ਕਿ ਇਹ ਸਰਕਾਰ ਸੰਵਿਧਾਨ ਦੇ ਨਾਲ ਹੀ ਲੋਕਾਂ ਦਾ ਘਾਣ ਕਰ ਰਹੀ ਹੈ, ਸੰਵਿਧਾਨ ਦੇ ਨਾਲ ਹੀ ਉਹਨੂੰ ਮਿਸਇੰਟਰਪ੍ਰੀਟੇਸ਼ਨ ਕਰਕੇ। ਸੰਵਿਧਾਨ ਆਪਣੇ ਆਪ 'ਚ ਕੁਛ ਨਹੀਂ ਹੈ। ਸੰਵਿਧਾਨ ਨੂੰ ਪੜ੍ਹਦਾ ਕੌਣ ਹੈ, ਸੁਣਦਾ ਕੌਣ ਹੈ, ਮੰਨਦਾ ਹੀ ਨਹੀਂ ਕੋਈ। ਸੰਵਿਧਾਨ ਤੇ ਸਿਰਫ ਸਹੁੰ ਰੱਖਾ, ਐਂ ਜਦੋਂ ਪ੍ਰਧਾਨ ਮੰਤਰੀ ਬਣਨਾ, ਰਾਸ਼ਟਰਪਤੀ ਨੇ ਸਹੁੰ ਚੁਕਾਉਣੀ ਉੱਪਰ ਹੱਥ ਰੱਖ ਕੇ ਕਿ ਮੈਂ ਸੱਚਾ ਸਦਾ ਸੱਚ, ਉਹਦੇ ਵਿੱਚ ਉਹਨਾਂ ਨੇ ਜਿਹੜੀ ਕੋਈ ਇੰਪਲੀਮੈਂਟੇਸ਼ਨ, ਉਹਦਾ ਕੋਈ ਮਤਲਬ ਹੀ ਨਹੀਂ ਹੈ। ਬੀਜੇਪੀ ਵਾਲੇ ਤਾਂ ਇਹ ਕਹਿ ਰਹੇ ਨੇ ਕਿ ਜਿਹੜੀ ਅਮੈਂਡਮੈਂਟ ਹੋਈ ਸੀ, 42ਵੀਂ ਸੋਧ ਹੋਈ ਸੀ, ਜਿਹਦੇ ਵਿੱਚ ਇਹ ਕਿਹਾ ਸੀ ਕਿ ਜਿਹੜਾ ਸੋਸ਼ਲਿਸਟ ਜਿਹੜਾ ਦੋ ਸ਼ਬਦ ਜੋੜੇ ਗਏ ਸੀ, ਸੈਕੂਲਰ ਤੇ ਸੋਸ਼ਲਿਸਟ, ਉਹ ਤਾਂ ਕਹਿੰਦੇ ਅਸੀਂ ਤਾਂ ਜੋੜੇ ਨਹੀਂ ਹੈਗੇ, ਇਹ ਤਾਂ ਇੰਦਰਾ ਗਾਂਧੀ ਨੇ ਜੋੜੇ ਸੀ, ਤੇ ਇਸ ਕਰਕੇ ਅਸੀਂ ਤਾਂ ਇਹਨੂੰ ਮੰਨਦੇ ਨਹੀਂ ਹੈਗੇ। ਬਿਲਕੁਲ ਉਦੋਂ ਦੇਖੋ ਵੱਡੀਆਂ ਅਮੈਂਡਮੈਂਟਸ ਹੋਈਆਂ ਸੀ, ਪੋਜ਼ਿਟਿਵ ਅਮੈਂਡਮੈਂਟਸ ਵੀ ਸੀਗੀਆਂ, ਇਹ ਐਮਰਜੈਂਸੀ ਦੇ ਦੌਰਾਨ ਹੋਈਆਂ ਸੀ, 42ਵੀਂ ਜਿਹੜੀ ਸੰਵਿਧਾਨਕ ਸੋਧ ਆ। ਪਰ ਇਹਨਾਂ ਨੂੰ ਸੈਕੂਲਰ ਦੇ ਨਾਲ ਕੀ ਹੈ ਵੀ ਦੱਸੋ, ਕੀ ਤੁਹਾਨੂੰ ਤਕਲੀਫ ਹੈ? ਮੈਨੂੰ ਤਾਂ ਕੋਈ ਸਮਝ ਨਹੀਂ ਪੈਂਦੀ ਵੀ ਅੱਛਾ ਸੋਸ਼ਲਿਸਟ ਨਾਲ ਕੀ ਹੈ। ਤੁਸੀਂ ਇੰਨਾ ਚਿਰ ਜਿਹੜਾ ਅੱਧਿਓਂ ਵੱਧ GDP ਤੁਹਾਡੀ 50% ਤੋਂ ਉੱਪਰ ਪਬਲਿਕ ਸੈਕਟਰ 'ਚੋਂ ਸੀਗੀ। ਨਹਿਰੂ ਦਾ ਇੱਕ ਆਈਡੀਆ ਸੀਗਾ, ਉਹ ਰਸ਼ੀਆ ਦੀ ਉਸ ਕਿਸਮ ਦੀ 5 ਈਅਰ ਪਲਾਨ ਤੋਂ ਬੜਾ ਪ੍ਰਭਾਵਿਤ ਸੀ ਉਦੋਂ। ਉਹ ਗੱਲ ਲੱਗ ਗਿਆ ਕਿ ਜੋ ਅਸੀਂ ਕਰਨਾ ਸੀ ਉਹੀ ਕੀਤਾ, ਸਾਨੂੰ ਉਹਦੇ ਨਾਲ ਕੋਈ ਖੇਦ ਨਹੀਂ ਹੈ ਕਿ ਤੁਸੀਂ ਲਿਬਰਲ ਪਾਲਿਸੀਜ਼ ਲੈ ਕੇ ਚੱਲੇ ਜਾਂ ਕਿੱਦਾਂ ਚੱਲੇ। ਸਾਡਾ ਤਾਂ ਇੱਕੋ ਕੰਸਰਨ ਆ ਕਿ ਸੰਵਿਧਾਨ ਦੇ ਅੰਦਰ ਜਿਹੜੀ ਉਹਦੀ ਰੂਹ ਆ, ਆਤਮਾ ਆ, ਉਸ ਨੂੰ ਮਾਰੋ ਨਾ। ਉਹਦੇ ਕਰਕੇ ਹੀ ਇਹ ਦੇਸ਼ ਅੱਜ ਤੱਕ ਇਕੱਠਾ ਰਿਹਾ, ਉਹਦੇ ਕਰਕੇ ਹੀ ਦੇਸ਼ ਨੇ ਅੱਗੇ ਜਿੰਦਾ ਰਹਿਣਾ, ਅੱਗੇ ਚੱਲਣਾ। ਜੇ ਉਸ ਨੂੰ ਅਲੱਗ ਕਰਕੇ ਤੁਸੀਂ ਇੱਕ ਆਪਣੀ ਨਵੀਂ ਟੁਣਤਣੀ ਵਜਾਉਣ ਲੱਗ ਜਾਓਗੇ ਜਾਂ ਨਵੇਂ ਕਿਸਮ ਦਾ ਢੋਲ ਵਜਾ ਕੇ ਲੋਕਾਂ ਨੂੰ ਕੋਸ਼ਿਸ਼ ਕਰੋਗੇ ਵਰਗਲਾਉਣ ਦੀ ਜਾਂ ਹੋਰ ਪਾਸੇ ਲਾਉਣ ਦੀ, ਉਹ ਬੜਾ ਸੁਇਸਾਈਡਲ ਹੋਊਗਾ, ਆਤਮਘਾਤੀ ਹੋਊਗਾ, ਔਰ ਦੇਸ਼ ਨੂੰ ਇਕੱਠੇ ਰੱਖਣਾ ਮੁਸ਼ਕਿਲ ਹੋ ਜਾਊਗਾ। ਭੁੱਲ ਜੋ ਤੁਸੀਂ ਏਕਾਕਰਨ ਤੇ ਯੂਨਿਟਰੀ ਗਵਰਨਮੈਂਟ ਤੇ ਸੈਂਟਰਲ ਕੰਟਰੋਲ, ਇਹ ਤੇ ਜਿਸ ਤਰੀਕੇ ਦਾ ਹੁਣ ਇਕੱਠਾ ਆ, ਉੱਥੇ ਵੀ ਇਸ ਨੂੰ ਰੱਖਣਾ ਬਹੁਤ ਮੁਸ਼ਕਿਲ ਹੋ ਜਾਊਗਾ। ਜੀ ਪ੍ਰੋਫੈਸਰ ਸਾਹਿਬ, ਇਹਦੇ ਲਈ ਜਿਵੇਂ ਚਲੋ ਸਰਕਾਰਾਂ ਤਾਂ ਜੋ ਕੁਝ ਕਰਦੀਆਂ ਨੇ ਕਰਨ, ਤੇ ਤੁਸੀਂ ਜਿਹੜੇ ਆਪਣੇ ਲੋਕ ਨੇ ਜਿਹੜੇ ਆਪਣਾ ਚੈਨਲ ਦੇਖ ਰਹੇ ਨੇ ਜਾਂ ਹੋਰ ਲੋਕ ਜਿਹੜੇ, ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੋਗੇ ਕਿ ਇਸ ਦੇਸ਼ ਨੂੰ, ਜਾਂ ਤੁਸੀਂ ਇੱਕ ਜਿਹੜੇ ਲੋਕਾਂ ਨੂੰ ਸਾਰਿਆਂ ਨੂੰ ਇਕੱਠੇ ਰਹਿਣ ਦੇ ਲਈ ਆਪਾਂ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਚੱਲਣਾ ਚਾਹੀਦਾ? ਇਹ ਦੇਖੋ, ਸਲਾਹਾਂ ਦਾ ਕੋਈ ਮਤਲਬ ਨਹੀਂ। ਸੱਤਾ ਦੀ ਲੜਾਈ ਸੱਤਾ ਦੀ ਹੁੰਦੀ ਹੈ ਗੁਰਦੀਪ। ਇਹ ਤੇ ਜੇ ਕੋਈ ਹਿਟਲਰ ਕਿਵੇਂ, ਉਸ ਨੂੰ ਕਿਤੇ ਤੁਸੀਂ ਜੇ ਤੁਸੀਂ ਸ਼ੇਰ ਨੂੰ ਕਹੋਗੇ ਭਈ ਯਾਰ ਤੂੰ ਕਾਹਨੂੰ ਰੋਜ਼ ਇੰਨੇ ਜਾਨਵਰ ਮਾਰਦਾ, ਬੜੀ ਮਾੜੀ ਗੱਲ ਹੈ, ਇਸ ਤਰ੍ਹਾਂ ਕਰੀਦਾ ਹੁੰਦਾ ਆ। ਉਹ ਤੂੰ ਮਾੜਾ ਜਿਹਾ ਜਿਹੜਾ ਸੀਗਾ ਉਹਦਾ ਹਿਰਨ ਦਾ ਬੱਚਾ ਹੀ ਕੱਲ ਤੂੰ ਮਾਰ ਕੇ ਖਾ ਗਿਆ, ਸ਼ਰਮ ਕਰ, ਤੂੰ ਸ਼ੇਰ ਆ, ਉਹਨੂੰ ਕਿਉਂ ਮਾਰਿਆ ਤੂੰ? ਉਹ ਕਹੂਗਾ ਮਾੜੀ ਗੱਲ ਹੋਈ, ਗਾਂ ਤੋਂ ਧਿਆਨ ਰੱਖਾਂਗੇ, ਫਿਰ ਕੱਲ ਨੂੰ ਖਾ ਲੂਗਾ। ਉਹਨੇ ਨਹੀਂ ਹਟਣਾ, ਉਹਨੇ ਘਾਹ ਨਹੀਂ ਖਾਣਾ, ਨਾ ਉਹਨੇ ਸਬਜ਼ੀ ਖਾਣੀ ਆ, ਉਹਨੇ ਉਹੋ ਹੀ ਖਾਣਾ। ਤੁਹਾਨੂੰ ਦੱਸ ਕੇ ਖਾ ਲੇ
ਜਾਂ ਉਹ ਚੋਰੀ ਛਿੱਪੇ ਖਾ ਲੇ, ਖਾਣਾ ਉਹਨੇ ਹੋਈ ਹੈ। ਇਹ ਜਿਹੜੀ ਸੱਤਾ ਦੀ ਲੜਾਈ ਹੈ, ਇਹ ਬਘਿਆੜਾਂ ਦੀ ਲੜਾਈ ਹੁੰਦੀ ਆ। ਇੱਕ ਬਘਿਆੜ ਦੂਜਾ ਬਘਿਆੜ ਤਕੜਾ ਹੋਊ ਤੇ ਉਹਨੂੰ ਸੂਤਰ ਕਰੂ। ਇੱਕ ਕਹਿ ਲਓ ਤੁਸੀਂ ਬਘਿਆੜ ਜਿਹੜਾ ਹੈਗਾ ਉਹ ਥੋੜਾ ਨੋਬਲ ਹੈਗਾ, ਚੰਗਾ ਹੈਗਾ, ਲੋਕਾਂ ਦੇ ਹੇਤੂ ਹੈਗਾ, ਤੇ ਦੂਸਰਾ ਜਿਹੜਾ ਆ ਉਹ ਕਿਸੇ ਨੂੰ ਨਹੀਂ ਛੱਡਦਾ, ਲੰਗੜੇ ਨੂੰ ਵੀ ਖਾ ਜਾਂਦਾ, ਬਿਮਾਰ ਨੂੰ ਵੀ ਖਾ ਜਾਂਦਾ। ਉਹ ਜਾਣੀ ਕਹਿ ਲਓ ਕਿ ਮੋਰਲ, ਇਹ ਮੋਰਲ ਹੈਗਾ। ਉਸ ਕਿਸਮ ਦੀ ਲੜਾਈ ਆ। ਕਿਸੇ ਨੂੰ ਹਾਂ ਸਾਡੇ ਦੇਸ਼ ਦੇ ਅੰਦਰ ਜੇ ਵੋਟਾਂ ਦੇ ਰਾਜ ਨੂੰ ਬਚਾ ਕੇ ਰੱਖੀਏ, ਜਿਹਨੂੰ ਕਿ ਸਭ ਤੋਂ ਵੱਡਾ ਖਤਰਾ ਇਸ ਵੇਲੇ ਹੈ, ਉਹ ਸਾਡੇ ਭਵਿੱਖ ਦੀ ਗਰੰਟੀ ਹੈ ਇੱਥੋਂ ਦੇ ਲੋਕਤੰਤਰ ਪ੍ਰਣਾਲੀ ਨੂੰ ਬਚਾਉਣ ਦੀ। ਤੇ ਦੂਸਰੀ ਸਭ ਤੋਂ ਵੱਡੀ ਗੱਲ ਇਹ ਕਿ ਸਾਡੇ ਲੋਕਾਂ ਨੂੰ, ਆਪਣੀ ਵੋਟਰਾਂ ਨੂੰ ਜ਼ਿੰਮੇਵਾਰੀ ਸਮਝਣੀ ਪਊਗੀ ਕਿ ਜੇ ਇੱਥੋਂ ਦੇ ਲੋਕਤੰਤਰ ਨੂੰ ਤੇ ਸੰਵਿਧਾਨ ਨੂੰ ਬਚਾਉਣਾ, ਉਹ ਬਹੁਤ ਐਕਟਿਵਲੀ ਉਹਦੇ 'ਚ ਹਿੱਸਾ ਲੈਣ। ਇਹ ਨਹੀਂ ਕਿ ਸਾਨੂੰ ਕੀ ਉਹ ਤੇ ਦੂਜਾ ਕਰੂਗਾ, ਵੇਖ ਲਾਂਗੇ। ਇਹ ਅਵੇਸਲਾਪਣ ਸਾਨੂੰ ਬਹੁਤ ਇੱਕ ਭਿਆਨਕ ਮੋੜ ਤੇ ਲੈ ਜਾਊਗਾ, ਜਿੱਥੇ ਸਾਨੂੰ ਕੋਈ ਅਲੱਗ ਕਿਸਮ ਦੇ ਮੰਜ਼ਰ, ਜੋ ਕਿ ਮੈਂ ਮਣੀਪੁਰ ਦਾ ਮੁੱਦੇ ਤੇ ਦੱਸਿਆ, ਉਹ ਜੇ ਦੇਖਣੇ ਪੈ ਸਕਦੇ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ, ਤੇ ਅੱਜ ਅਸੀਂ ਜਿਹੜੀ ਚਰਚਾ ਕੀਤੀ ਆ ਉਹ ਜਿਹੜੀ ਦੇਸ਼ ਦੇ ਵਿੱਚ ਨਵੀਂ ਪਾਰਲੀਮੈਂਟ ਬਣ ਰਹੀ ਆ ਉਹਦੇ ਵਿਸ਼ੇ ਦੇ ਉੱਤੇ ਚਰਚਾ ਕੀਤੀ ਆ। ਤੇ ਅਗਲੇ ਐਪੀਸੋਡ ਦੇ ਵਿੱਚ ਅਸੀਂ ਕੋਈ ਹੋਰ ਵਿਸ਼ਾ ਲੈ ਕੇ ਆਵਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।